ਹਾਂਜੀ ਵੀਰ ਜੀ, ਇਹ ਕੀ ਗੱਲ ਬਣੀ? ਕਿੱਦਾਂ ਬਾਹਾਂ ਕੱਟੀਆਂ ਗਈਆਂ ਤੁਹਾਡੀਆਂ ਦੋਵੇਂ? ਵੀਰ ਜੀ ਕੰਮ ਕਰਨ ਗਿਆ, ਪ੍ਰਾਈਵੇਟ ਕੰਮ ਕਰਦੇ ਹਾਂ। ਕਾਹਦਾ ਕੰਮ ਕਰਦੇ ਸੀ? ਬੱਤੀ ਦਾ ਕੰਮ ਕਰਦੇ ਅੱਛਾ ਜੀ। ਹਾਂਜੀ। ਤੇ ਪਹਿਲਾਂ ਪਰਮਿਟ ਲਿਆ ਸੀ, ਮੁੜ ਕੇ ਕੈਂਸਲ ਕਰਾ ਦਿੱਤਾ। ਅੱਛਾ, ਪਰਮਿਟ ਲਿਆ ਤੇ ਕੈਂਸਲ ਕਰਵਾਤਾ ਸੀ? ਹਾਂਜੀ, ਬਾਅਦ ਚ ਮੁੜ ਕੇ ਲਿਆ ਨਹੀਂ ਪਰਮਿਟ, ਭੁਲੇਖਾ ਹੀ ਲੱਗ ਗਿਆ। ਭੁਲੇਖਾ ਲੱਗ ਗਿਆ। ਹਾਂਜੀ, ਉਹਦੇ ਨਾਲ ਲਾਈਟ ਲੱਗਣ ਕਰਕੇ ਬਾਹਾਂ ਕੱਟੀਆਂ ਗਈਆਂ। ਅੱਛਾ, ਲਾਈਟ ਲੱਗ ਗਈ, ਇੰਨੀ ਜ਼ਿਆਦਾ ਲੱਗ ਹਾਂਜੀ ਗਈ ਕਿ ਆਹ ਜਿਹੜੀਆਂ ਆਪ ਦੀਆਂ ਬਾਹਾਂ ਦੋਵੇਂ ਹਾਂਜੀ ਇਹ ਕੱਟੀਆਂ ਗਈਆਂ ਨੇ। ਹਾਂਜੀ ਹਾਂਜੀ ਇਹ ਕਿੱਥੇ ਕਰਾਇਆ ਇਲਾਜ? ਤੁਸੀਂ ਕਿੱਥੋਂ ਹਾਂਜੀ ਕੱਟੀਆਂ? ਚੰਡੀਗੜ੍ਹ ਪੀਜੀ। ਚੰਡੀਗੜ੍ਹ ਪੀਜੀਆਈ। ਉੱਥੇ ਡਾਕਟਰਾਂ ਨੇ ਫਿਰ ਦੱਸਿਆ ਵੀ ਇਹ ਬਾਹਾਂ ਹੁਣ ਇਹ ਕੰਮ ਹਾਂਜੀ ਨਹੀਂ ਕਰਨਗੀਆਂ। ਤੇ ਹਾਂਜੀ ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇੱਕ ਐਸੀ ਦੁਖਾਂਤ ਜਿਹੜਾ ਵੀਰ ਸੁੱਖਾ ਸਿੰਘ ਜੀ ਨਾਲ ਵਾਪਰਿਆ ਹੈ, ਤਲਵੰਡੀ ਮੋਹਰ ਸਿੰਘ ਵਿਖੇ ਜੋ ਨਿਵਾਸ ਕਰਦੇ ਨੇ। ਸ਼ਾਇਦ ਗੱਲ ਕਰਨ ਲੱਗੇ ਸਾਡਾ ਵੀ ਜਿਹੜਾ ਮਨ ਜਿਹੜਾ ਬੜਾ ਭਰ ਰਿਹਾ ਇਸ ਟਾਈਮ। ਇਹ ਘਟਨਾ ਹੀ ਐਸੀ ਵਾਪਰੀ ਆ ਕਿ ਇੱਕ ਪਰਿਵਾਰ ਦਾ ਜਿਹੜਾ ਮੋਢੀ ਬੰਦਾ, ਜਿਹਦੇ ਸਾਰੇ ਪਰਿਵਾਰ ਦਾ ਭਾਰ ਉਹਦੇ ਮੋਢਿਆਂ 'ਤੇ ਹੁੰਦਾ, ਅਤੇ ਬੜੀਆਂ ਆਸਾਂ ਵੀ ਹੁੰਦੀਆਂ ਨੇ ਵੀ ਬੰਦਾ ਡੇਲੀ ਆਪਣੇ ਕੰਮ 'ਤੇ ਜਾਂਦਾ ਵਾ ਅਤੇ ਕੰਮ ਤੋਂ ਜਾ ਕੇ ਵਾਪਸ ਆਪਣੇ ਘਰ ਵਾਸਤੇ ਕੁਝ ਕਮਾ ਕੇ ਲੈ ਕੇ ਆਉਂਦਾ। ਕੁਝ ਦਿਨ ਪਹਿਲਾਂ ਹੀ ਵੀਰ ਸੁੱਖਾ ਸਿੰਘ ਹੋਰੀ ਵੀ ਇਸੇ ਆਸ ਨਾਲ ਆਪਣੇ ਘਰੋਂ ਚੱਲੇ ਸੀਗੇ, ਅਤੇ ਜਦੋਂ ਘਰੋਂ ਗਏ ਕੰਮ ਦੇ ਉੱਤੇ, ਬਿਜਲੀ ਦਾ ਕੰਮ ਕਰਦੇ ਸੀਗੇ, ਅਤੇ ਉਹ ਬਿਜਲੀ ਦੇ ਕੰਮ ਕਰਨ ਵਾਸਤੇ ਜਦੋਂ ਗਏ ਨੇ ਵੀਰ ਜੀ ਹੋਣੀ, ਅਤੇ ਉਹ ਪਿੱਛੋਂ ਜੋ ਬਿਜਲੀ ਦੇ ਜੈਂਪਰ ਜਿਹੜੇ ਕਟਵਾਏ ਸੀਗੇ, ਦਿਮਾਗ 'ਚੋਂ ਇਹ ਗੱਲ ਨਿਕਲ ਗਈ ਕਿ ਪਿੱਛੇ ਜਿਹੜਾ ਜੈਂਪਰ ਜਿਹੜਾ ਕਟਵਾਇਆ ਸੀਗਾ ਇੱਕ ਵਾਰੀ, ਉਹਦੇ ਆਰਡਰ ਕੈਂਸਲ ਕਰਵਾ ਦਿੱਤੇ, ਪਰ ਦੁਬਾਰਾ ਜਿਹੜਾ ਪਰਮਿਟ ਸੀਗਾ ਨਾ ਉਹ ਕੈਂਸਲ ਨਹੀਂ ਕਰਵਾਇਆ ਇੱਕ ਵਾਰੀ ਔਨ ਜਿਹੜਾ ਕਰਵਾ ਕੇ, ਜਿਹਦੇ ਕਰਕੇ ਵੀਰ ਸੁੱਖਾ ਸਿੰਘ ਜੀ ਨਾਲ ਐਸਾ ਦੁਖਾਂਤ ਵਾਪਰਿਆ ਕਿ ਵੀਰ ਦੀਆਂ ਦੋਵੇਂ ਬਾਹਾਂ ਜਿਹੜੀਆਂ ਜਾਂਦੀਆਂ ਰਹੀਆਂ। ਅਤੇ ਅਸੀਂ ਸਮਝ ਸਕਦੇ ਹਾਂ ਕਿ ਜਿਹਦੀਆਂ ਵੀਰ ਜੀ ਕੰਮ ਕਰਨ ਗਏ ਹਾਂ, ਪਹਿਲਾਂ ਪਰਮਿਟ ਲਿਆ ਸੀ, ਬਾਅਦ 'ਚ ਨਹੀਂ ਲਿਆ, ਭੁਲੇਖਾ ਲੱਗ ਗਿਆ ਨਾਲ ਦੇ ਨੂੰ ਵੀ ਮੈਨੂੰ ਵੀ। ਉੱਥੇ ਕੰਮ ਕਰਦਿਆਂ ਕਰਦਿਆਂ ਲਾਈਟ ਬਹੁਤ ਜ਼ਿਆਦਾ ਲੱਗ ਗਈ, ਇੰਨੀ ਲੱਗੀ ਲਾਈਟ ਕੋਈ ਹਿਸਾਬ ਨਹੀਂ, ਬਾਹਾਂ ਆਪਣੇ ਆਪ ਹੀ ਕਾਲੀਆਂ ਹੁੰਦੀਆਂ ਜਾਂਦੀਆਂ ਸੀ। ਹਾਂਜੀ, ਮੁੜ ਕੇ ਉੱਥੋਂ ਚੰਡੀਗੜ੍ਹ ਪੀਜੀ ਹਸਪਤਾਲ ਚੱਲ ਗਏ। ਉਹਨਾਂ ਡਾਕਟਰ ਪੁੱਛਿਆ ਵੀ ਜਾਨ ਨੂੰ ਤੁਹਾਡੇ ਖਤਰਾ ਹੈ ਜੇ ਬਾਹਾਂ ਨਾ ਕਟਾਂਗੇ। ਹਾਂਜੀ, ਉੱਥੇ ਮਹੀਨਾ ਡੇਢ ਮਹੀਨਾ ਰਹੇ। ਹਾਂਜੀ, ਬਾਅਦ 'ਚ 2-3 ਵਾਰ ਗਏ, ਫਿਰ ਇੱਕ ਵਾਰ ਹੁਣ ਗਏ, ਉਹਨਾਂ ਕਿਹਾ ਵੀ ਤੁਹਾਨੂੰ ਦਾਖਲ ਕਰਨਾ ਹੈ, ਵੀ ਪੱਟਾਂ ਦੇ ਮਾਸਕ ਲਾਉਣਾ ਹੈ, ਵੀ ਹਫ਼ਤਾ ਵੀ ਲੱਗ ਸਕਦਾ, 15 ਦਿਨ ਵੀ ਲੱਗ ਸਕਦੇ ਆ, ਅਤੇ ਮਾਇਆ ਨਾ ਹੋਣ ਕਾਰਨ ਵੀ ਦਾਖਲ ਨਹੀਂ ਹੋਇਆ ਗਿਆ। ਹਾਂਜੀ ਵੀਰ ਜੀ, ਫਿਰ ਜਦੋਂ ਕਰੰਟ ਲਾ ਕੇ ਤੁਸੀਂ ਥੱਲੇ ਡਿੱਗ ਪਏ ਸੀਗੇ, ਉਦੋਂ ਕੌਣ ਚੁੱਕ ਕੇ ਲੈ ਗਿਆ? ਕਿਸ ਤਰ੍ਹਾਂ ਪਤਾ ਲੱਗਾ ਪਿੱਛੇ? ਵੀਰ ਜੀ, ਜਦੋਂ ਕਰੰਟ ਲੱਗਾ ਉਹਦੇ ਉੱਤੇ ਹੀ ਹਾਂ ਮੈਂ, ਉੱਤੋਂ ਲਾਹਿਆ 2-3 ਬੰਦਿਆਂ ਨੇ। ਹਾਂਜੀ, ਉਹਨਾਂ ਨੂੰ ਚੁੱਕ ਕੇ ਮੁੜ ਕੇ ਹਸਪਤਾਲ ਖੜਿਆ ਕੋਟ ਬੁੱਢੇ। ਵੀਰ ਜੀ ਦੇ ਪਰਿਵਾਰ ਵਿੱਚ ਇੱਧਰ ਆਪ ਜੀ ਕੈਮਰੇ ਦੀ ਅੱਖ ਨਾਲ ਦੇਖ ਰਹੇ ਹੋ ਕਿ 3 ਗੁੱਡੀਆਂ, ਇੱਕ ਬੇਟਾ ਇਹਨਾਂ ਦਾ ਵੀਰ ਜੀ ਦਾ। ਗੁੱਡੀਆਂ ਵੀ ਜਿਹੜੀਆਂ ਮੋਢਿਆਂ 'ਤੇ ਆਈਆਂ ਨੇ, ਅਤੇ ਬੜਾ ਔਖਾ ਹੁੰਦਾ ਜਦੋਂ ਪਰਿਵਾਰ ਦਾ ਇੰਨੀ ਵੱਡੀ ਜ਼ਿੰਮੇਵਾਰੀ ਸਾਧ ਸੰਗਤ ਜੀ ਹੈ ਜਿਹੜੀ ਮੋਢਿਆਂ ਦੇ ਉੱਤੇ ਪਈ ਹੋਵੇ, ਅਤੇ ਉਹ ਮੋਢੇ ਜਿਹੜੇ ਨਾਲ ਨਾ ਹੋਣ। ਅੱਜ ਸੰਧਿਆ ਦਾ ਵੇਲਾ ਵਾ, ਰਹਿ ਰਸ ਦਾ ਵੇਲਾ ਹੋ ਰਿਹਾ, ਸਾਰੇ ਪਾਸੇ ਜਿਹੜੇ ਪਰਿਵਾਰ ਆਪੋ ਆਪਣੇ ਪਰਿਵਾਰਾਂ 'ਚ ਬੈਠੇ ਜੋ ਕਮਾ ਕੇ ਲੈ ਕੇ ਆਉਂਦੇ ਆ, ਉਹ ਸ਼ਾਮ ਨੂੰ ਆਪਣੇ ਪਰਿਵਾਰ ਦੇ ਨਾਲ ਬੈਠ ਕੇ ਖਾਂਦੇ ਨੇ। ਪਰ ਇਸ ਟਾਈਮ ਇਹ ਪਰਿਵਾਰ ਦੀ ਇਹ ਕੰਡੀਸ਼ਨ ਆ ਕਿ ਆਉਣਾ ਕਿੱਥੋਂ ਆ? ਬਾਹਾਂ ਜਿਹੜੀਆਂ ਵੀਰ ਜੀ ਦੀਆਂ ਦੋਵੇਂ ਜਿਹੜੀਆਂ ਅੱਡ ਹੋ ਗਈਆਂ, ਪੱਟਾਂ ਦੇ ਉੱਤੇ ਮਾਸ ਲੱਗਣਾ ਹੈ,
ਤੇ ਬਹੁਤ ਵੱਡੀ ਰਕਮ ਦੀ ਇੱਕ ਜ਼ਰੂਰਤ ਆ। ਇੱਕ ਆਸ ਕਰਕੇ ਸਾਧ ਸੰਗਤ ਜੀ ਇਹ ਪਰਿਵਾਰ ਬੇਨਤੀ ਕਰ ਰਿਹਾ। ਅਸੀਂ ਸੰਗਤ ਟੀਵੀ ਦੇ ਮਾਧਿਅਮ ਰਾਹੀਂ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਾਰੇ ਸੇਵਾਦਾਰ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਇਸ ਪਰਿਵਾਰ ਦੇ ਨਾਲ ਜਿਹੜਾ ਜ਼ਰੂਰ ਖਲੋਣਾ ਚਾਹੀਦਾ। ਇਹ ਵੀਰ ਦੀਆਂ ਬਾਹਾਂ ਬਣੀਏ, ਇਹਨੂੰ ਮਹਿਸੂਸ ਨਾ ਹੋਵੇ ਕਿ ਅਸੀਂ ਮੇਰੇ ਇਹ ਪਰਿਵਾਰ ਦੀ ਏਡੀ ਵੱਡੀ ਜ਼ਿੰਮੇਵਾਰੀ ਆ। ਆਪਾਂ ਸਾਰੇ ਭੈਣ ਭਰਾ ਇੱਕ ਤਗੜੇ ਹੋ ਕੇ ਇਹਦੀ ਜ਼ਿੰਮੇਵਾਰੀ ਜਿਹੜੀ ਨਾਲ ਸਾਥ ਜਿਹੜਾ ਨਿਭਾਈਏ। ਇੱਧਰ ਪਿੰਡ ਦੇ ਹੋਰ ਪਤਵੰਤੇ ਸੱਜਣ ਜਿਹੜੇ ਵੀਰ ਜੀ ਹੁਣਾਂ ਦਾ ਪਤਾ ਲੈਣ ਵਾਸਤੇ ਇੱਥੇ ਪਹੁੰਚੇ ਨੇ। ਇੱਧਰ ਭਾਈ ਸਾਹਿਬ ਜਿਹੜੇ ਆਪ ਸੰਗਤ ਦੇ ਸਹਿਯੋਗ ਸਦਕਾ ਜਿਹੜੀ ਇਹ ਇੱਕ ਬਾਂਹ ਜਿਹੜੀ ਸੀ ਵੀਰ ਦੀ ਇੱਥੋਂ ਫ੍ਰੈਕਚਰ ਸੀਗੀ, ਇਹ ਵੀ ਆਪ ਜੀ ਨੇ ਸੇਵਾ ਕੀਤੀ ਤੇ ਅੱਜ ਇਹ ਸਾਨੂੰ ਇੱਥੋਂ ਤੱਕ ਲਿਆਉਣ ਵਾਲੇ ਵੀ ਇਹੀ ਨੇ। ਇਹਨਾਂ ਨੇ ਬੇਨਤੀ ਕੀਤੀ ਕਿ ਜਿੱਥੇ ਤੁਸੀਂ ਮੇਰੀ ਬਾਂਹ ਫੜੀ ਆ, ਇਸ ਵੀਰ ਦੀ ਵੀ ਪਿੰਡ ਵਿੱਚ ਇਹੀ ਪਿਆਰ ਹੁੰਦਾ ਕਿ ਜੇ ਪਿੰਡ ਵਿੱਚ ਦੂਜਾ ਬੰਦਾ ਕੋਈ ਦੁਖੀ ਬੈਠਾ ਤੇ ਉਹਦੀ ਅਸੀਂ ਬੇਨਤੀ ਕਰਦੇ ਹਾਂ ਵੀ ਜਿੱਥੇ ਤੁਸੀਂ ਮੇਰਾ ਇਲਾਜ ਕਰਾਇਆ, ਮੇਰਾ ਇੱਕ ਹੋਰ ਵੀਰ ਆ ਜਿਹੜਾ ਇਸ ਟਾਈਮ ਪ੍ਰੋਬਲਮ 'ਚ ਪੈ ਗਿਆ ਵਾ, ਐਕਸੀਡੈਂਟ ਹੋ ਗਿਆ ਉਹਦੇ ਨਾਲ, ਤੇ ਕਿਰਪਾ ਕਰੋ ਜੇ ਆਪਾਂ ਸਾਰੇ ਉਹਦੀ ਮਦਦ ਕਰੀਏ। ਤੇ ਅੱਜ ਇਸ ਵੀਰ ਦੀ ਬੇਨਤੀ ਦੇ ਉੱਤੇ ਅਸੀਂ ਤੇ ਭਾਈ ਤਰਸੇਮ ਸਿੰਘ ਹੋਰੀ ਜਿਨ੍ਹਾਂ ਦੇ ਬੇਟੇ ਦੇ ਬਾਂਹ ਦੇ ਪੋਤਰੇ ਦੀ ਬਾਂਹ ਸੀਗੀ ਉਹ ਖਰਾਬ ਸੀਗੀ ਥੋੜ੍ਹੀ ਜਿਹੀ, ਉਹਦੀ ਵੀ ਆਪ ਜੀ ਨੇ ਸੇਵਾ ਕਰਾਈ। ਅੱਜ ਅਸੀਂ ਇਸ ਪਰਿਵਾਰ ਵਾਸਤੇ ਵੀ ਬੇਨਤੀ ਕਰਦੇ ਹਾਂ ਕਿ ਜਿੱਥੇ ਆਪ ਜੀ ਨੇ ਇਹਨਾਂ ਦੀ ਸੇਵਾ ਕੀਤੀ ਆ, ਇਸ ਵੀਰ ਵਾਸਤੇ ਵੀ ਇਦੋਂ ਵੀ ਜ਼ਿਆਦਾ ਅੱਜ ਇਸ ਵੀਰ ਨੂੰ ਜ਼ਰੂਰਤ ਹੈ। ਸਾਡੇ ਨਾਲ ਭਾਈ ਅੰਗਰੇਜ਼ ਸਿੰਘ ਹੋਰੀ ਨੇ। ਭਾਈ ਅੰਗਰੇਜ਼ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਹੁਣੀ ਜਿਹੜੇ ਇਹ ਪਿੰਡ ਦੀਆਂ ਸੇਵਾਵਾਂ ਦੇਖਦੇ ਨੇ, ਜਥੇਬੰਦੀ ਬਣੀ ਹੋਈ ਆ, ਗ੍ਰੰਥੀ ਸਿੰਘ ਨੇ ਸਾਰੇ ਜਿਹੜੇ ਆਪਣੇ ਪਿੰਡਾਂ ਦਾ ਜਦੋਂ ਧਿਆਨ ਰੱਖਦੇ ਨੇ ਤੇ ਬਹੁਤ ਵਧੀਆ ਸੇਵਾਵਾਂ ਨਿਭਾ ਰਹੇ ਨੇ। ਵੀਰ ਜੀ ਅਸੀਂ ਚਾਹਾਂਗੇ ਆਪ ਜੀ ਥੋੜ੍ਹਾ ਜਾਣਕਾਰੀ ਇਸ ਪਰਿਵਾਰ ਬਾਰੇ ਜ਼ਰੂਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸੁੱਖਾ ਸਿੰਘ ਜੀ ਤਲਵੰਡੀ ਮੋਹਰ ਸਿੰਘ ਤੋਂ ਕਰੰਟ ਲੱਗਣ ਕਾਰਨ ਵੀ ਜ਼ਿਆਦਾ ਬਾਹਾਂ ਦੀ ਹਾਲਤ ਮੰਦੀ ਹੋ ਗਈ। PGI ਉਹਨਾਂ ਦਾ ਇਲਾਜ ਹੋਇਆ, ਦੋਨੋਂ ਬਾਹਾਂ ਕੱਟੀਆਂ ਗਈਆਂ ਨੇ। ਤੋਂ ਹੁਣ ਪਟਾਂ ਦਾ ਮਾਸ ਪੈਣਾ। ਸੰਗਤ ਏਡ ਨੂੰ ਮੇਰੀ ਬੇਨਤੀ ਹੈ ਤੇ ਵੱਧ ਤੋਂ ਵੱਧ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ। ਛੋਟਾ ਜਿਹਾ ਪਰਿਵਾਰ ਆ ਕਿਉਂਕਿ 3 ਲੜਕੀਆਂ, ਇੱਕ ਲੜਕਾ ਵੀ ਛੋਟਾ, ਕਮਾਈ ਕਿਸੇ ਬੰਨਿਓ ਨਹੀਂ ਆ ਰਹੀ। ਮੇਰੀ ਬੇਨਤੀ ਹੱਥ ਜੋੜ ਕੇ ਨਿਮਰਤਾ ਸਹਿਤ, ਕਿਉਂਕਿ ਅੱਖਾਂ ਦੇ ਵਿੱਚੋਂ ਹੰਝੂ ਕੇਰ ਰਹੇ ਨੇ ਤੇ ਵੱਧ ਤੋਂ ਵੱਧ ਇਹਨਾਂ ਦੀ ਸਹਾਇਤਾ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਜਦੋਂ ਗੁਰੂ ਪਿਆਰੇ ਇੱਥੇ ਇਸ ਪਰਿਵਾਰ ਵਿੱਚ, ਇਸ ਘਰ ਵਿੱਚ ਜਦੋਂ ਅੰਦਰ ਆਏ ਆ, ਅਸੀਂ ਦੇਖਦੇ ਪਏ ਸੀਗੇ ਕਿ ਭੈਣ ਜੀ ਹੋਰੀ ਇਹਨਾਂ ਦੇ ਜਿਹੜੇ ਪਤਨੀ ਸੀਗੇ, ਘਰ ਵਾਲੀ ਭੈਣ ਜੀ ਦੀ, ਭਾਜੀ ਹੋਰਾਂ ਦੀ ਘਰ ਵਾਲੀ ਜਿਹੜੀ ਆ ਵੀਰ ਜੀ ਹੁਣਾਂ ਨੂੰ ਰੋਟੀ ਖਵਾ ਰਹੇ ਸੀਗੇ। ਇੱਥੇ ਵੈਸੇ ਲਫ਼ਜ਼ ਵੀ ਮੁੱਕ ਜਾਂਦੇ ਵੀ ਆਪਾਂ ਕੀ ਗੱਲ ਕਰੀਏ, ਕੈਸੀ ਵਿਪਤਾ ਜਿਹੜੀ ਇਸ ਪਰਿਵਾਰ 'ਤੇ ਪਈ ਆ। ਅੱਜ ਸੂਰਜ ਜਿਹੜਾ ਢਲ ਗਿਆ, ਅੱਜ ਦਾ ਸਵੇਰ ਦਾ ਫਿਰ ਚੜ੍ਹਨਾ ਕਿਸੇ ਵਾਸਤੇ ਜਿਹੜੀ ਰੌਸ਼ਨੀ ਲੈ ਕੇ ਆਉਂਦਾ, ਪਰ ਇਸ ਪਰਿਵਾਰ ਵਿੱਚ ਜਿਹੜਾ ਇਹ ਹਨੇਰਾ ਜਿਹੜਾ ਨਾ ਇਸ ਤਰ੍ਹਾਂ ਜਾ ਕੇ ਪਨਪਦਾ ਪਿਆ ਵਾ ਕਿ ਇਹਨਾਂ ਨੂੰ ਅੱਗੇ ਰੌਸ਼ਨੀ ਦਿਖਾਈ ਨਹੀਂ ਦੇ ਰਹੀ। ਜਿਹੜੀ ਆ ਦੋਵੇਂ ਬਾਹਾਂ ਚਲੇ ਗਈਆਂ ਵੀਰ ਦੀਆਂ। ਭੈਣ ਜੀ ਹੋਰੀ ਵੀ ਸਾਡੇ ਨਾਲ ਆ। ਭੈਣ ਜੀ ਤੁਸੀਂ ਕੋਈ ਸੰਗਤ ਨੂੰ ਬੇਨਤੀ ਕਰਨੀ ਚਾਹੋ, ਕੋਈ ਆਪ ਜੀ ਦੀ ਕੋਈ, ਤੇ ਕਿਸ ਤਰ੍ਹਾਂ ਫਿਰ ਗੁਜ਼ਾਰਾ ਕਿੱਦਾਂ ਕਰ ਰਹੇ ਹੈਗੇ ਵੀਰ ਜੀ ਹੁਣੀ ਇਸ ਟਾਈਮ ਇਸ ਹਾਲਤ ਵਿੱਚ ਨੇ, ਤੇ ਕਿਸ ਤਰ੍ਹਾਂ ਤੁਹਾਡਾ ਚੱਲਦਾ? ਇੱਦਾਂ ਹੀ ਭਾਜੀ। ਕੋਈ ਗੱਲ ਨਹੀਂ, ਤੁਸੀਂ ਖੁੱਲ੍ਹ ਕੇ ਬੇਨਤੀ ਕਰੋ, ਕੀ ਸੰਗਤ ਨੂੰ ਕਹਿਣਾ ਚਾਹੁੰਦੇ? ਸਾਡੀ ਮਦਦ ਦਿੱਤੀ ਜਾਵੇ। ਹੁਣ ਰਾਸ਼ਨ ਪਾਣੀ ਕੌਣ ਲੈ ਕੇ ਆਉਂਦਾ, ਕਿਸ ਤਰ੍ਹਾਂ ਮਿਲਦਾ, ਰੋਟੀ ਪਾਣੀ ਕਿਸ ਤਰ੍ਹਾਂ ਫਿਰ ਸ਼ਾਮ ਨੂੰ ਪਕਾਉਂਦੇ ਆ? ਇੱਦਾਂ ਟਾਈਮ ਪਾਸ। ਕਿੰਨੇ ਦਿਨ ਹੋ ਗਏ ਮੇਰੇ ਖਿਆਲ ਇਸ ਨੂੰ ਜਿਹੜਾ ਐਕਸੀਡੈਂਟ, ਜਿਹੜਾ ਇਹ ਬਾਹਾਂ ਜਿਹੜੀਆਂ ਕੱਟੀ ਗਈਆਂ, ਕਰੰਟ ਲੱਗੇ ਨੂੰ ਕਿੰਨੇ ਦਿਨ ਹੋ ਗਏ? 2 ਮਹੀਨੇ ਹੋ ਗਏ ਨੇ ਘੱਟ ਤੋਂ ਘੱਟ। 2 ਮਹੀਨੇ ਜਿਹੜੇ ਸਮਾਂ ਹੋ ਚੁੱਕਾ ਵੀਰ ਜੀ ਹੁਣਾਂ ਦੀਆਂ ਜਿਹੜੀਆਂ ਬਾਹਾਂ ਜਿਹੜੀਆਂ ਕੱਟੀਆਂ ਨੂੰ। ਵੀਰ ਇਸ ਟਾਈਮ ਜਿਹੜਾ ਪਰਿਵਾਰ ਦੇ ਸਿਰ ਦੇ ਉੱਤੇ ਆ, ਆਪਣੇ ਪਰਿਵਾਰ ਹੀ ਜਿਹੜਾ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਂਦਾ, ਇਸ਼ਨਾਨ ਪਾਣੀ ਸਭ। ਜੋ ਇਹ ਬਾਹਾਂ ਜਿਹੜੀਆਂ ਸਾਡੇ ਸਰੀਰ ਦੀਆਂ, ਕਈ ਵਾਰੀ ਅਸੀਂ ਨਿੱਕੇ ਹੁੰਦੇ ਜਿੱਥੇ ਸੱਟ ਲੱਗ ਜਾਣੀ ਕਿਸੇ ਉਂਗਲ ਦੇ ਉੱਤੇ, ਤੇ ਅਸੀਂ ਕਹਿਣਾ ਕਿ ਮਹਾਰਾਜ ਇਹਦੇ ਤੇ ਦਰਦ ਹੁੰਦਾ, ਕਿਤੇ ਦੂਜੀ ਤੇ ਲਾ ਦਿੰਦੇ। ਉਹ ਬਾਅਦ ਵਿੱਚ ਜਦੋਂ ਦੂਜੀ ਤੇ ਲੱਗਣੀ ਕਹਿਣਾ ਇਹਦੇ ਤੇ ਨਾ ਲਾਉਂਦੇ, ਦੂਜੇ ਤੇ ਲਾ ਦਿੰਦੇ। ਮਨ ਬਚਪਨਾ ਹੁੰਦਾ ਨਾ, ਬਚਪਨ ਵਿੱਚ ਆਪਾਂ ਕੁਝ ਵੀ ਸੋਚਦੇ ਹਾਂ, ਪਰ ਸਰੀਰ ਦਾ ਹਰ ਇੱਕ ਅੰਗ ਜਿਹੜਾ ਗੁਰੂ ਸਾਹਿਬ ਦੀ ਕਿਰਪਾ ਸਦਕਾ ਉਹਨਾਂ ਨੇ ਬੜਾ ਸੋਚ ਕੇ ਇਹ ਮਨੁੱਖਾ ਦੇਹੀ ਸਾਡੀ ਬਣਾਈ ਹੈ। ਇਹ ਮਨੁੱਖਾ ਦੇਹੀ ਜਿਹੜੀ ਸਾਨੂੰ ਦਿੱਤੀ ਹੈ ਸਾਡੇ ਕਾਰਜਾਂ ਵਾਸਤੇ, ਸਾਡਾ ਆਪਣਾ ਵੀ ਭਲਾ ਆਪਾਂ ਕਰ ਸਕਦੇ, ਚ ਬੰਦਗੀ ਕਰਦਾ ਬੰਦਾ, ਆਪਣੇ ਪਰਿਵਾਰ ਨੂੰ ਪਾਲਦਾ, ਇਹ ਜੀਵਨ ਨੂੰ ਸਫਲ ਕਰਦਾ। ਪਰ ਜੇ ਸਰੀਰ ਦਾ ਇੱਕ ਵੀ ਅੰਗ ਝੜ ਜਾਵੇ ਨਾ, ਉਹ ਸਾਰੀ ਉਮਰ ਉਸ ਦਾ ਜਿਹੜਾ ਵਿਯੋਗ ਲੱਗਦਾ ਹੈ।
ਸੋ ਇਹ ਸਾਰਾ ਪਰਿਵਾਰ ਜੋ ਇਹ ਪਿੰਡ ਦੇ ਜੋ ਭੈਣ ਭਰਾ ਨੇ ਉਹ ਵੀ ਵੀਰ ਜੀ ਦਾ ਪਤਾ ਲੈਣ ਆਏ ਨੇ। ਸਾਡੇ ਨਾਲ ਬਾਬਾ ਤਰਸੇਮ ਸਿੰਘ ਹੋਰੀ ਜਿਹੜੇ ਇੱਥੋਂ ਦੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਨੇ, ਬੜੀ ਸੋਹਣੀਆਂ ਸੇਵਾਵਾਂ ਨਿਭਾ ਰਹੇ ਨੇ। ਆਪਣੇ ਸਾਰੇ ਪਿੰਡ ਦੇ ਜਿੰਨੇ ਵੀ ਘਰ ਨੇ ਹਰ ਇੱਕ ਦਾ ਇੱਕ ਦਾ ਜਿਹੜਾ ਹਾਲ ਚਾਲ ਪੁੱਛਦੇ ਨੇ, ਉਹਨਾਂ ਦਾ ਦਰਦ ਵੰਡਾਉਂਦੇ ਨੇ। ਤੇ ਜਦੋਂ ਵੀ ਕੋਈ ਪ੍ਰੋਬਲਮ ਪੈਂਦੀ ਸਾਨੂੰ ਇਹਨਾਂ ਦੇ ਫੋਨ ਆਉਂਦੇ ਨੇ। ਨਾਲ ਇਹ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਹੋਰੀ ਜਿਹੜੇ ਸਾਨੂੰ ਫੋਨ ਕਰਕੇ ਦੱਸਦੇ ਨੇ, ਵੀਰ ਜੀ ਕਿਤੇ ਸਮਾਂ ਕੱਢੋ, ਸਾਡੇ ਕੋਲ ਆਓ, ਸਾਡੇ ਪਿੰਡ ਦਾ ਆ ਬੰਦਾ ਫਲਾਣਾ ਪਰਿਵਾਰ ਜਿਹੜਾ ਇਸ ਟਾਈਮ ਮਾੜੀ ਹਾਲਤ ਵਿੱਚ ਆ, ਇਸ ਟਾਈਮ ਦੁਖੀ ਆ, ਤੁਸੀਂ ਆਓ ਜੇ ਆਪਾਂ ਇਹਦਾ ਕੋਈ ਕਰ ਸਕਦੇ ਹਾਂ। ਸੰਗਤਾਂ ਨੂੰ ਬੇਨਤੀ ਕਰਦੇ। ਸੋ ਅਸੀਂ ਭਾਈ ਤਰਸੇਮ ਸਿੰਘ ਹੋਰਾਂ ਨੂੰ ਵੀ ਕਹਾਂਗੇ ਆਪ ਜੀ ਵੀ ਇਹਨਾਂ ਦੀ ਕੋਈ ਬੇਨਤੀ ਕਰਨੀ ਚਾਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਗਰ ਤਲਵੰਡੀ ਮੋਹਰ ਸਿੰਘ ਵਾਲੇ ਜੋ ਸੁੱਖਾ ਸਿੰਘ ਸਨ ਬਹਾਲ ਸਿੰਘ ਸਮੂਹ ਪਰਿਵਾਰ ਵਸਦਾ ਰਸਦਾ ਬਹੁਤ ਦੁਖਿਆਰੀ ਢੰਗ ਦੇ ਵਿੱਚ ਹੋ ਗਏ ਹਨ, ਕਿਉਂਕਿ ਬੱਤੀ ਲੱਗਣ ਕਾਰਨ ਉਹਨਾਂ ਦੀਆਂ ਦੋਨੇ ਹੀ ਬਾਹਾਂ ਕੱਟੀਆਂ ਗਈਆਂ ਹਨ ਅਤੇ ਬਹੁਤ ਮੁਸ਼ਕਲ ਹੋਈ ਪਈ ਹੈ। 3 ਲਟਕੀਆਂ ਹਨ, ਇੱਕ ਛੋਟਾ ਲਟਕਾ ਹੈ ਸਭ ਤੋਂ, ਅਤੇ ਬਹੁਤ ਦੁਖਦਾਈ ਵਾਲੀ ਗੱਲ ਹੈ। ਸੋ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿੰਨਾ ਵੀ ਹੋ ਸਕਦਾ ਹੈ ਇਸ ਪਰਿਵਾਰ ਦਾ ਸਹਾਇਤਾ ਕਰਨੀ ਚਾਹੀਦੀ ਹੈ। ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਲੋੜ ਹੈ ਤੁਹਾਡੀ, ਆਓ ਆਪਾਂ ਇਸ ਪਰਿਵਾਰ ਦੇ ਨਾਲ ਖੜੇ ਹੋਈਏ, ਇਹਨਾਂ ਦੀਆਂ ਬਾਹਾਂ ਬਣੀਏ। ਇਹ ਖਰਚੇ ਬਹੁਤ ਵੱਡੇ ਆ, ਵੈਸੇ ਹੀ ਖਰਚੇ ਨਹੀਂ ਮਾਣ ਹੁੰਦੇ, ਤੇ ਪਰ ਜਿਹਦੀਆਂ ਦੋਵੇਂ ਬਾਹਾਂ ਚਲੀਆਂ ਜਾਣ, ਉਹ ਜੇ ਕਰਜ਼ਾ ਵੀ ਚੁੱਕੂਗਾ ਕਿਸ ਆਸਤੇ ਚੁੱਕੂਗਾ? ਅਸੀਂ ਤੇ ਇਸ ਆਸਤੇ ਚੁੱਕਦੇ ਨਾ ਵੀ ਕੱਲ੍ਹ ਨੂੰ ਕੰਮ ਕਰਾਂਗੇ ਤੇ ਇਹ ਜਿਹੜੇ ਕਰਜ਼ਾ ਜੋ ਕੁਝ ਅਸੀਂ ਲਵਾਂਗੇ ਕਿਸੇ ਤੋਂ ਉਹ ਦੇ ਸਕਦੇ ਹਾਂ। ਪਰ ਜਿਹਨੇ ਕਰਜ਼ਾ ਦੇਣਾ ਉਹ ਇਹ ਤਾਂ ਸੋਚੂਗਾ ਨਾ ਵੀ ਮੈਂ ਦੇਣਾ ਕਿੱਦਾਂ, ਹੁਣ ਮੈਂ ਕੰਮ ਕਰਨ ਦੇ ਯੋਗ ਨਹੀਂ ਰਿਹਾ। ਮਨ 'ਚ ਇਹ ਸੋਚ ਆਪਾਂ ਦੇਖ ਸਕਦੇ, ਉਹਨਾਂ ਦੀ ਜਿਹੜੀ ਮਨ 'ਚ ਵਲਵਲੇ ਹੋਣਗੇ। ਹੋ ਸਕਦਾ ਸਾਡੇ ਨਾਲ ਕਈ ਵਾਰ ਇਹ ਬੰਦਾ ਆਪਣੇ ਆਪ ਨਹੀਂ ਗੱਲ ਕਰਦਾ ਕਿਸੇ ਨਾਲ, ਅੰਦਰ ਹੀ ਅੰਦਰ ਘੁੱਟਦਾ ਹੋਏਗਾ। ਵੀਰ ਜੀ ਵੀਰ ਵੀ ਘੁੱਟਦਾ ਹੋਊਗਾ ਇਹ ਗੱਲਾਂ ਨੂੰ, ਪਰ ਅਸੀਂ ਬੇਨਤੀ ਕਰਦੇ ਹਾਂ ਕਿ ਵੀਰ ਦੇ ਨਾਲ ਖਲੋਈਏ। ਵੀਰ ਜੀ ਅਸੀਂ ਥੋੜ੍ਹੀ ਜਿਹੀ ਜਾਣਕਾਰੀ ਹੋਰ ਆਪ ਜੀ ਤੋਂ ਚਾਹਾਂਗੇ। ਚੰਡੀਗੜ੍ਹ ਵਿੱਚ ਕਿੰਨਾ ਖਰਚਾ ਜਿਹੜਾ ਤੁਹਾਡਾ ਹੁਣ ਤੱਕ ਉੱਥੇ ਲੱਗਾ ਤੇ ਉਹ ਕਿਸ ਤਰ੍ਹਾਂ ਤੁਸੀਂ ਇਕੱਠਾ ਕੀਤਾ? ਹਾਂਜੀ ਵੀਰ ਜੀ, ਜਿਹੜਾ ਚੰਡੀਗੜ੍ਹ ਖਰਚਾ ਲੱਗਾ ਕੁਛ ਵੀਰ ਮੇਰੇ ਭਰਾਵਾਂ ਨੇ ਵਿਆਜੀ ਲੈ ਕੇ ਲਾਇਆ। ਹਾਂਜੀ, ਕੁਛ ਭੈਣ ਭਰਾਵਾਂ ਨੇ ਦਿੱਤਾ, ਕੋਈ ਸੰਗਤ ਨੇ ਦਿੱਤਾ ਪਿੰਡੋਂ। ਹਾਂਜੀ, ਉਹਦੇ ਕਰਕੇ ਹੋਇਆ ਇਲਾਜ। ਕੋਈ ਟੋਟਲ ਕਿੰਨਾ ਖਰਚਾ ਹੋਊਗਾ ਕਿ ਆਈਡੀਆ ਕੋਈ? ਆਈਡੀਆ ਮੇਰੇ ਸਭ ਲੱਖ ਤੋਂ ਉੱਤੇ ਹੋ ਗਿਆ ਨਾ ਭਾਈ, ਲੱਖ 1.5 ਲੱਖ ਲੱਗੇ। ਹਾਂਜੀ, ਇਹ ਵੀਰ ਭੁਪਿੰਦਰ ਸਿੰਘ ਹੋਰੀ ਜਿਨ੍ਹਾਂ ਦਾ ਇਲਾਜ ਵੀ ਉਸੇ ਹਸਪੀਟਲ ਹੋਇਆ। ਅੱਜ ਬਾਂਹ ਜਿਹੜੀ ਬੜੀ ਸੋਹਣੀ ਵੀਰ ਜੀ ਦੱਸ ਰਹੇ ਸੀਗੇ, ਵੀਰ ਜੀ ਹੁਣਾਂ ਵੱਲ ਕੈਮਰਾ ਕਰੋ। ਵੀਰ ਜੀ ਹੁਣੀ ਦੱਸਣ ਰਹੇ ਸੀਗੇ ਕਿ ਮੇਰੀ ਬਾਂਹ ਜਿਹੜੀ ਸਿਰ ਤੱਕ ਪਹੁੰਚ ਜਾਂਦੀ ਆ, ਅਤੇ ਮੈਂ ਕੇਸ ਵੀ ਜਿਹੜੇ ਬਹੁਤ ਵਧੀਆ ਜਿਹੜੇ ਵਾਹ ਲੈਣਾ ਵਾ, ਬੜੇ ਸੋਹਣੇ। ਹੁਣ ਮੈਂ ਦਸਤਾਰ ਸਜਾਉਣਾ, ਵੀਰ ਜੀ ਨੇ ਆਪਣੇ ਹੱਥੀਂ ਦਸਤਾਰ ਸਜਾਈ ਆ। ਪਹਿਲਾਂ ਬਾਂਹ ਉੱਪਰ ਨਹੀਂ ਸੀ ਜਾਂਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਸੰਗਤ ਜੀ, ਮੇਰੀ ਬੇਨਤੀ ਆ, ਜਿਸ ਤਰ੍ਹਾਂ ਮੇਰੀ ਬਾਂਹ ਫੜੀ ਸੰਗਤ ਨੇ, ਇਸ ਤਰ੍ਹਾਂ ਹੀ ਮੇਰੇ ਵੀਰ ਦੀ ਬਾਂਹ ਫੜੋ। ਉਹਨਾਂ ਵੇਲੇ ਵੇਖ ਕੇ ਬਹੁਤ ਮਨ ਦੁਖੀ ਹੁੰਦਾ। ਮੇਰੀ ਸੇਵਾ ਕੀਤੀ ਬਾਂਹ ਦੀ, ਕੇਸ ਬੰਨ੍ਹ ਲਈਦੇ ਆ, ਮੈਂ ਇੱਜ਼ਤ ਪੱਤ ਰੱਖੂੰ, ਇਹ ਕੇਸਾਂ ਨੂੰ ਦਾਗ ਨਹੀਂ ਲਾਊਂ। ਵਾਹ ਜੀ, ਬਹੁਤ ਸੋਹਣਾ। ਹਾਂਜੀ, ਚਰਨਾਂ ਦੇ ਨਾਲ ਸੰਗਤ ਜੋੜ ਰੱਖੇ ਮੈਨੂੰ ਆਪਦੇ, ਅਤੇ ਮੇਰੇ ਵੀਰ ਦੀ ਵੀ ਬਾਂਹ ਮੇਰੇ ਵਾਂਗੂ ਹੀ ਫੜੀਏ, ਅਤੇ ਇਹਦੀਆਂ ਬਾਹਾਂ ਆਪਾਂ ਹੋਰ ਲੰਮੀਆਂ ਬਣੀਏ, ਕਿਉਂਕਿ ਉਹਨੂੰ ਬਹੁਤ ਇਸ ਟਾਈਮ 'ਤੇ ਤੰਗੀ ਆ, ਅਤੇ ਪਰਿਵਾਰ ਗੁਜ਼ਾਰਾ ਮੁਸ਼ਕਿਲ ਆ ਬਹੁਤ ਕਰਨਾ। ਅਤੇ ਮੇਰੇ ਵੱਲੋਂ ਬੇਨਤੀ ਆ ਸੰਗਤ ਨੂੰ ਵੀ ਉਹਦੀ ਮਦਦ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸੋ ਆਪ ਜੀ ਦੀ ਸੇਵਾ ਵੇਖੋ, ਜਿਹੜੇ ਆਪ ਜੀ ਨੇ ਜੋ ਦਸਵੰਧ ਦਿੱਤਾ, ਅੱਜ ਵੀਰ ਜੀ ਹੁਣਾਂ ਦੇ ਦਿਲ ਵਿੱਚ ਕੈਸੀਆਂ ਭਾਵਨਾਵਾਂ ਜਿਹੜੀਆਂ ਉਹ ਸ਼ਬਦ ਰੂਪ ਬਣ ਕੇ ਉੱਭਰ ਰਹੀਆਂ ਨੇ। ਤੇ ਬੜਾ ਸੋਹਣਾ ਵੀਰ ਜੀ ਹੁਣੀ ਦਸਤਾਰਾਂ ਵੀ ਆਪਣਾ ਸਜਾਉਂਦੇ ਨੇ। ਵੀਰ ਜੀ ਦੱਸਦੇ ਕਿ ਮੈਂ ਜਿਹੜੀ ਮਹਾਂਪੁਰਖਾਂ ਦੇ ਕੋਲ ਰਹਿ ਕੇ ਸੇਵਾ ਕੀਤੀ, ਆਪ ਦੱਸਦੇ ਹੁੰਦੇ ਸੀਗੇ ਕਿ ਮੇਰੀ ਸੇਵਾ ਫਲ ਗਈ। ਸ਼ਾਇਦ ਇਸ ਵੀਰ ਦਾ ਵੀ ਕੋਈ ਕਰਮ ਆ ਜਿਹੜਾ ਫਲ ਰਿਹਾ ਵਾ। ਆਪ ਸੰਗਤ ਦੇ ਅੱਗੇ ਬੇਨਤੀ ਜਿਹੜੀ ਅੱਜ ਸੰਗਤ ਮੈਡੀਕਲ ਕੇਅਰ ਫੰਡ ਵੱਲੋਂ ਜੋ ਆਪ ਸੰਗਤਾਂ ਨੂੰ ਕਰ ਰਹੇ ਆ, ਕਿਉਂਕਿ ਗੁਰੂ ਹੀ ਬੌੜੀ ਕਰਦਾ ਹੈ, ਅਤੇ ਅਸੀਂ ਬੇਨਤੀ ਕਰਦੇ ਹਾਂ ਕਿ ਇਸ ਵੀਰ ਦੀ ਵੀ ਜਿਹੜੀ ਬਾਂਹ ਫੜੀ ਜਾਵੇ, ਇਸ ਦਾ ਇਲਾਜ ਕਰਵਾਈਏ। 3 ਗੁੱਡੀਆਂ ਨੇ, ਇੱਕ ਕਾਕਾ ਕੱਲ੍ਹ ਨੂੰ ਵਿਆਹੁਣਾ ਵਾ, ਅਤੇ ਬੜੀ ਔਖੀ ਘਾਟੀ ਆ ਵੀਰ ਜੀ ਵਾਸਤੇ। ਅਤੇ ਅਸੀਂ ਸਾਰੀ ਸੰਗਤ ਬੇਨਤੀ ਕਰਦੇ ਹਾਂ ਕਿ ਇਸ ਵੀਰ ਦੀ ਬਾਂਹ ਫੜੀ ਜਾਏ। ਵੀਰ ਜੀ ਤੁਸੀਂ ਸੰਗਤ ਨੂੰ ਬੇਨਤੀ ਕਰੋ ਆਪਣੇ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਮੈਂ ਸੰਗਤ ਨੂੰ ਬੇਨਤੀ ਕਰਦਾ ਹਾਂ ਵੀ ਮੇਰੀ ਮਦਦ ਕਰੋ ਵੀਰ ਜੀ, ਮੇਰਾ ਇਲਾਜ ਨਹੀਂ ਹੋ ਰਿਹਾ, ਅੱਜ 15 ਦਿਨ ਹੋ ਗਏ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਤੋਂ ਬਾਅਦ ਅਸੀਂ ਵੀਰ ਜੀ ਹੋਣਾ ਨੂੰ ਜਾਂ ਇਹਨਾਂ ਦੀਆਂ ਜਿਹੜੀਆਂ ਰਿਪੋਰਟਾਂ ਵੀਰ ਜੀ ਦੀਆਂ ਉਹ ਲੈ ਕੇ ਅਸੀਂ ਹਸਪੀਟਲ ਡਾਕਟਰਾਂ ਨਾਲ ਸਲਾਹ ਮਸ਼ਵਰਾ ਕਰਾਂਗੇ ਕਿ ਇਹਨਾਂ ਦਾ ਜਿਹੜਾ ਇਲਾਜ ਆ ਉਹ ਕਿਸ ਤਰ੍ਹਾਂ ਹੋ ਸਕਦਾ ਹੈ। ਦਵਾਈ ਨਾਲ ਹੋਏਗਾ ਜਾਂ ਫਲੈਪ ਲੱਗਣਗੇ, ਉਹ ਜਿਸ ਤਰ੍ਹਾਂ ਦਾ ਵੀ ਸਾਡੇ ਨਾਲ ਜਿਹੜੀ ਸਲਾਹ ਕੋਈ ਮਸ਼ਵਰਾ ਹੋਏਗਾ ਡਾਕਟਰ ਸਾਹਿਬ ਨਾਲ, ਉਹ ਸਾਰੀ ਜਾਣਕਾਰੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਸੋ ਸੰਗਤ ਏਡ ਮੈਡੀਕਲ ਕੇਅਰ ਫੰਡ ਦੇ ਵੱਲੋਂ ਜੋ ਆਪ ਨੇ ਸਾਡੀ ਸੇਵਾ ਲਾਈ ਆ ਪਿੰਡਾਂ ਵਿੱਚ, ਅਸੀਂ ਉੱਥੇ ਪਹੁੰਚ ਕਰਕੇ ਇਹਨਾਂ ਵੀਰਾਂ ਵਾਸਤੇ ਆਪ ਜੀ ਨੂੰ ਬੇਨਤੀ ਕਰਦੇ ਹਾਂ। ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਨੂੰ ਗੁਰੂ ਨਾਨਕ ਦੇਵ ਚੈਰੀਟੇਬਲ ਹਸਪੀਟਲ ਲਿਆਂਦਾ ਗਿਆ ਹੈ ਅਤੇ ਡਾਕਟਰ ਸਾਹਿਬ ਉਹਨਾਂ ਨੂੰ ਦਿਖਾਇਆ ਜਾਵੇਗਾ ਕਿ ਅੱਗੇ ਇਹਨਾਂ ਦਾ ਕੀ ਇਲਾਜ ਹੋ ਸਕਦਾ ਹੈ। ਕਿਉਂਕਿ ਭਾਈ ਸਾਹਿਬ ਉਹਨਾਂ ਦਾ ਕਹਿਣਾ ਸੀ ਕਿ ਭਾਵੇਂ ਕਿ ਜਦੋਂ ਇਹ PGI ਗਏ ਚੰਡੀਗੜ੍ਹ ਦੇ ਵਿੱਚ ਅਤੇ ਉੱਥੇ ਇਹਨਾਂ ਦੀਆਂ ਦੋਵੇਂ ਬਾਹਾਂ ਕੱਟ ਦਿੱਤੀਆਂ ਗਈਆਂ, ਪਰ ਹਾਲੇ ਵੀ ਜਿਹੜਾ ਇਹਨਾਂ ਦੇ ਪੱਟਾਂ ਦੇ ਉੱਪਰ ਜਿਹੜੀ ਆ ਉਹ ਟਰੀਟਮੈਂਟ ਹੋਣ ਵਾਲਾ ਬਾਕੀ ਹੈ, ਜਿਹਨੂੰ ਫਲੈਪ ਕਹਿੰਦੇ ਨੇ, ਉਹ ਲੱਗਣਾ ਹੈ, ਜੋ ਕਿ PGI ਵਾਲੇ ਡਾਕਟਰਾਂ ਨੇ, ਚੰਡੀਗੜ੍ਹ ਵਾਲਿਆਂ ਨੇ ਕਿਹਾ ਸੀ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਚੰਡੀਗੜ੍ਹ ਜਿੱਥੇ ਏਡਾ ਵੱਡਾ ਸ਼ਹਿਰ ਹੈ, ਉੱਥੇ ਆਉਣਾ ਜਾਣਾ ਫਿਰ ਉੱਥੇ ਰਹਿਣਾ, ਉਹ ਸਾਰਾ ਹੀ ਪਰਿਵਾਰ ਲਈ ਬੜਾ ਔਖਾ ਸੀ। ਕਿਉਂਕਿ ਇਹਨਾਂ ਦੀਆਂ ਪਿੱਛੇ 3 ਧੀਆਂ ਨੇ, ਇਹਨਾਂ ਦੀ ਪਤਨੀ ਵੀ ਬਿਮਾਰ ਰਹਿੰਦੀ ਹੈ, ਇੱਕ ਛੋਟਾ ਜਿਹਾ ਇਹਨਾਂ ਦਾ ਭੁਜੰਗੀ ਹੈ, ਅਤੇ ਇਸ ਕਰਕੇ ਪਰਿਵਾਰ ਦੀ ਉੱਥੋਂ ਤੱਕ ਪਹੁੰਚ ਨਹੀਂ ਸੀ, ਨਾ ਹੀ ਉਨੀ ਸਮਰੱਥਾ ਸੀ ਕਿ ਇਹ PGI ਖੜ੍ਹ ਕੇ ਅਤੇ ਇਹਨਾਂ ਦਾ ਇਲਾਜ ਕਰਵਾ ਸਕਦੇ। ਸੋ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਵੀਰ ਸੁੱਖਾ ਸਿੰਘ ਹੋਣਾ ਨੂੰ ਗੁਰੂ ਨਾਨਕ ਦੇਵ ਚੈਰੀਟੇਬਲ ਹਸਪੀਟਲ ਲਿਆਂਦਾ ਗਿਆ ਹੈ ਅਤੇ ਅੱਜ ਇਹਨਾਂ ਨੂੰ ਡਾਕਟਰ ਸਾਹਿਬ ਹੋਣਾ ਨੂੰ ਦਿਖਾਇਆ ਜਾਵੇਗਾ ਅਤੇ ਡਾਕਟਰ ਸਾਹਿਬ ਹੋਣਾ ਦੇ ਨਾਲ ਆਪ ਸਭ ਸੰਗਤਾਂ ਦੀ ਵੀ ਸਾਂਝ ਪਵਾਈ ਜਾਵੇਗੀ ਕਿ ਡਾਕਟਰ ਸਾਹਿਬ ਹੋਣਾ ਦੀ ਕੀ ਰਾਏ ਆ ਕਿ ਵੀਰ ਹੋਣਾ ਦੇ ਜਿਹੜੇ ਪੱਟਾਂ ਦੇ ਉੱਪਰ ਫਲੈਪ ਲੱਗਣਾ ਵਾ ਜਾਂ ਕੁਛ ਹੋਰ ਦਵਾਈ ਉਹਨਾਂ ਦੀ ਚੱਲੇਗੀ। ਸੋ ਉਹ ਸਾਰੀ ਹੀ ਗੱਲਬਾਤ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾਵੇਗੀ। ਇੱਥੇ ਹੀ ਇਹਨਾਂ ਦੇ ਨਗਰ ਦੇ ਹੋਰ ਵੀ ਨਾਲ ਪਿਆਰ ਕਰਨ ਵਾਲੇ ਪਹੁੰਚੇ ਨੇ ਇਹਨਾਂ ਦੇ ਨਾਲ, ਕਿਉਂਕਿ ਇੱਕ ਸਮਾਂ ਇਹੋ ਜਿਹਾ ਹੁੰਦਾ ਹੈ ਕਿ ਸੁੱਖ ਵੇਲੇ ਤਾਂ ਹਰ ਕੋਈ ਨੇੜੇ ਆਉਂਦਾ ਹੈ, ਪਰ ਦੁੱਖ ਵੇਲੇ ਕੋਈ ਵਿਰਲਾ ਹੀ ਹੁੰਦਾ ਹੈ ਜਿਹਦੇ ਨਾਲ ਸੱਚੀ ਤੁਹਾਡਾ ਪਿਆਰ ਹੁੰਦਾ ਹੈ। ਵੀਰ ਸੁੱਖਾ ਸਿੰਘ ਜੋ ਕਿ ਤਲਵੰਡੀ ਮੋਹਨ ਸਿੰਘ ਦੇ ਰਹਿਣ ਵਾਲੇ ਸੀ ਅਤੇ ਬੱਤੀ ਦਾ ਕੰਮ ਕਰਦੇ ਸੀ ਅਤੇ ਉਹਨਾਂ ਨੂੰ ਬਿਜਲੀ ਪੈ ਗਈ ਸੀ, ਜਿਹਦੇ ਕਰਕੇ ਉਹਨਾਂ ਦੀਆਂ ਦੋਵੇਂ ਬਾਹਾਂ ਕੱਟੀਆਂ ਗਈਆਂ ਸਨ ਅਤੇ ਬਾਅਦ ਵਿੱਚ ਉਹਨਾਂ ਦੇ ਪੱਟਾਂ 'ਤੇ ਵੀ ਬਿਜਲੀ ਪਈ ਸੀ, ਪਰ ਉਹਨਾਂ ਨੇ PGI ਦਿਖਾਇਆ ਅਤੇ ਉਹਨਾਂ ਨੇ ਕਿਹਾ ਸੀ ਕਿ ਇਹਦੇ 'ਤੇ ਫਲੈਪ ਲੱਗੇਗੀ, ਪਰ ਵੀਰ ਸੁੱਖਾ ਸਿੰਘ ਉਹਨਾਂ ਦੀ ਜਿਹੜੀ ਪਰਿਵਾਰਕ ਸਮਰੱਥਾ ਉਹ ਬਹੁਤ ਹੀ ਮਾੜੀ, ਇਸ ਕਰਕੇ ਉੱਥੋਂ ਤੱਕ ਪਹੁੰਚ ਨਹੀਂ ਪਾ ਸਕੇ। ਅਤੇ ਸੰਗਤ ਜੀ, ਆਪ ਸਭ ਸੰਗਤਾਂ ਦੇ ਅੱਗੇ ਉਹਨਾਂ ਨੇ ਗੁਹਾਰ ਲਾਈ ਸੀ ਅਤੇ ਸੰਗਤ ਏਡ ਮੈਡੀਕਲ ਕੇਅਰ ਫੰਡ ਵੱਲੋਂ ਅੱਜ ਵੀਰ ਜੀ ਉਹਨਾਂ ਨੂੰ ਗੁਰੂ ਨਾਨਕ ਦੇਵ ਚੈਰੀਟੇਬਲ ਹਸਪੀਟਲ ਲਿਆਂਦਾ ਗਿਆ ਸੀ ਅਤੇ ਅੱਜ ਅਸੀਂ ਇੱਥੇ ਹਸਪੀਟਲ ਹੀ ਮੌਜੂਦ ਹਾਂ ਅਤੇ ਡਾਕਟਰ ਸਾਹਿਬ ਸਾਡੇ ਕੋਲ ਨੇ ਅਤੇ ਡਾਕਟਰ ਸਾਹਿਬ ਉਹਨਾਂ ਨੂੰ ਪੁੱਛਦੇ ਜਿਨ੍ਹਾਂ ਨੇ ਇਹਨਾਂ ਦੀ ਪਲਾਸਟਿਕ ਸਰਜਰੀ ਕਰਨੀ ਹੈ, ਫਲੈਪ ਲਾਉਣਾ ਹੈ,
ਜਾਂ ਕਿਵੇਂ ਕੀ ਇਲਾਜ ਕਰਨਾ ਹੈ, ਉਹ ਸਾਰੀ ਗੱਲਬਾਤ ਡਾਕਟਰ ਸਾਹਿਬ ਹੁਣਾਂ ਨਾਲ ਕਰਕੇ ਆਪ ਸਭ ਸੰਗਤਾਂ ਦੀ ਸਾਂਝ ਪਾਵਾਂਗੇ। ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਨੇ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਸੰਗਤ ਏਡ ਮੈਡੀਕਲ ਕੇਅਰ ਫੰਡ ਵੱਲੋਂ ਅੱਜ ਵੀਰ ਸੁੱਖਾ ਸਿੰਘ ਹੁਣਾਂ ਨੂੰ ਲਿਆਂਦਾ ਗਿਆ ਸੀ ਚੈੱਕਅਪ ਕਰਾਉਣ ਲਈ, ਅਤੇ ਮੈਂ ਚਾਹੁੰਦਾ ਕਿ ਜ਼ਰੂਰ ਆਪ ਸੰਗਤਾਂ ਦੇ ਨਾਲ ਜਾਣਕਾਰੀ ਸਾਂਝੀ ਕਰੋ ਵੀ ਉਹਨਾਂ ਦਾ ਇਲਾਜ ਕਿਵੇਂ ਹੋਣਾ ਹੈ ਜਾਂ ਕਿੰਨਾ ਕੁ ਸਮਾਂ ਲੱਗੇਗਾ। ਇਹ ਪੇਸ਼ੈਂਟ ਸੁੱਖਾ ਸਿੰਘ ਹੈ। ਇਹ ਪੇਸ਼ੈਂਟ 2 ਮਹੀਨਾ ਪਹਿਲੇ ਬਿਜਲੀ ਲੱਗੀ ਸੀ। ਉਹਦਾ ਪਹਿਲੇ ਇਲਾਜ PGI 'ਚ ਹੋਇਆ, ਉਹਦੇ ਵਿੱਚ ਇਹਦਾ ਦੋਨੋਂ ਹੱਥ ਕੱਟ ਗਿਆ ਹੈ ਨਾ। ਹੁਣ ਕੀ ਹੈ ਕਿ ਪੇਸ਼ੈਂਟ ਆਇਆ ਹੈ ਮੇਰੇ ਕੋਲ, ਐਗਜ਼ਾਮਿਨ ਕਰਕੇ ਦੇਖਾ ਇਹ ਦੋਨੋਂ ਥਾਈ ਵਿੱਚ ਨਾ ਰॉ ਏਰੀਆ ਬਣਾ ਹੋਇਆ ਹੈ, ਜ਼ਖਮ ਹੈ, ਉਹਦੇ 'ਤੇ ਚਮੜੀ ਲੱਗਣੀ ਹੈ। ਅਤੇ ਇਸ ਚਮੜੀ ਲਗਾਉਣ ਵਾਸਤੇ ਪੇਸ਼ੈਂਟ ਨੂੰ ਦਾਖਲ ਕਰਨਾ ਪਏਗਾ, 5-7 ਦਿਨ ਦਾਖਲ ਰਹਿਣਾ ਪਏਗਾ। ਉਹਦੇ ਵਿੱਚ ਚਮੜੀ ਲਗਾ ਕਰਕੇ 1-2 ਡ੍ਰੈਸਿੰਗ ਕਰਕੇ ਫਿਰ ਛੁੱਟੀ ਕਰ ਦਾਂਗੇ। ਇਹਦੇ ਵਿੱਚ ਖਰਚਾ ਲਗਭਗ 80,000 रुपया आ सकता है। कभी कभी थोड़ा ज़्यादा भी लग सकता है, कभी ब्लड लग गया, ये हो गया, ये इलाज होना है ना। फिर हफ्ता दिन बाद इनू मोस्टली छुट्टी कर देंगे। ਇੱਥੇ ਮੈਂ ਇੱਕ ਗੱਲ ਹੋਰ ਪੁੱਛਣੀ ਨਾ, ਕਿੰਨਾ ਕੁ ਸਮਾਂ ਇਹਨਾਂ ਨੂੰ ਇੱਥੇ ਹਸਪੀਟਲ ਰੱਖਿਆ ਜਾਊ ਜਾਂ ਕਿੰਨਾ ਕੁ ਸਮਾਂ ਇਹ ਸਾਰੀ ਰਿਕਵਰੀ ਕਰਨ 'ਤੇ ਲੱਗੇਗਾ, ਉਹ ਵੀ ਸਾਰੀ? ਇੱਕ ਹਫ਼ਤਾ ਹਸਪੀਟਲ 'ਚ ਰੱਖਣਾ ਪਏਗਾ। ਉਸ ਤੋਂ ਬਾਅਦ ਵੀ ਇਹਨੂੰ ਠੀਕ ਹੋਣ 'ਚ ਵਿੱਚ ਪੱਟੀ ਕਰਾਣੀ ਪਏਗੀ। टोटल मान के चलो 3 से 4 हफ्ता लगेगा टोटल ठीक होने च, है ना। तुरन फिरन च इनू 1 महीना लग जाएगा। ਗੁਰੂ ਪਿਆਰੀ ਸਾਧ ਸੰਗਤ ਜੀ, ਵੀਰ ਸੁੱਖਾ ਸਿੰਘ ਹੁਣਾਂ ਨੇ ਆਪ ਸਭ ਸੰਗਤਾਂ ਦੇ ਅੱਗੇ ਗੁਹਾਰ ਲਾਈ ਸੀ ਕਿ ਸਾਡੀ ਮਦਦ ਕੀਤੀ ਜਾਵੇ। ਸੋ ਉਸੇ ਹੀ ਸੇਵਾ ਨੂੰ ਮੁੱਖ ਰੱਖਦਿਆਂ ਹੋਇਆ ਅੱਜ ਇਹਨਾਂ ਨੂੰ ਗੁਰੂ ਨਾਨਕ ਦੇਵ ਚੈਰੀਟੇਬਲ ਹਸਪੀਟਲ ਲਿਆਂਦਾ ਗਿਆ ਸੀ। ਅਤੇ ਡਾਕਟਰ ਸਾਹਿਬ ਹੁਣਾਂ ਨੂੰ ਜੋ ਕਿ ਪਲਾਸਟਿਕ ਸਰਜਨ ਨੇ, ਡਾਕਟਰ ਮਾਹੀਪਾਲ, ਉਹਨਾਂ ਨੂੰ ਦਿਖਾਇਆ ਗਿਆ ਅਤੇ ਉਹਨਾਂ ਨੇ ਐਡਮਿਟ ਕਰਨ ਲਈ ਕਿਹਾ। ਸੋ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਵੀਰ ਸੁੱਖਾ ਸਿੰਘ ਹੁਣਾਂ ਨੂੰ ਜਨਰਲ ਵਾਰਡ ਦੇ ਵਿੱਚ ਐਡਮਿਟ ਕਰਵਾ ਦਿੱਤਾ ਗਿਆ ਅਤੇ ਇਹਨਾਂ ਦਾ ਇਲਾਜ ਹੁਣ ਸ਼ੁਰੂ ਹੈ। ਅਤੇ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸਾਰਾ ਹੀ ਜਿਹੜਾ ਕਾਰਜ ਇਹ ਹੋਇਆ ਹੈ, ਇਹ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੋਇਆ ਹੈ। ਅਤੇ ਆਸ ਕਰਦੇ ਹਾਂ ਕਿ ਆਪ ਹਮੇਸ਼ਾ ਦੀ ਤਰ੍ਹਾਂ ਜਿੰਨੇ ਵੀ ਮਰੀਜ਼ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਪੂਰੀ ਟੀਮ ਨੇ ਆਪ ਜੀ ਦੀ ਝੋਲੀ ਵਿੱਚ ਪਾਏ ਅਤੇ ਆਪ ਨੇ ਬੜੇ ਹੀ ਪਿਆਰ, ਉੱਦਮ ਅਤੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਉਹਨਾਂ ਹਰ ਇੱਕ ਗਰੀਬ ਗੁਰਬੇ ਲੋੜਵੰਦ ਪਰਿਵਾਰ ਦੀ ਮਦਦ ਕੀਤੀ ਅਤੇ ਅਗਾਂਹ ਵੀ ਕਰਦੇ। ਸੰਗਤ ਜੀ, ਆਪ ਸੰਗਤਾਂ ਦੇ ਸਾਥ ਸਦਕਾ ਵੀਰ ਸੁੱਖਾ ਸਿੰਘ ਹੁਣਾਂ ਨੂੰ ਪਿਛਲੇ 2 ਦਿਨਾਂ ਤੋਂ ਗੁਰੂ ਨਾਨਕ ਦੇਵ ਚੈਰੀਟੇਬਲ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਸੀ ਅਤੇ ਹੁਣ ਇਹਨਾਂ ਦਾ ਆਪਰੇਟ ਹੋ ਗਿਆ ਹੈ। ਪੱਟਾਂ ਦੇ ਉੱਪਰ ਜਿਹੜਾ ਫਲੈਪ ਆ ਉਹ ਲੱਗ ਚੁੱਕੀ ਹੈ ਅਤੇ ਇਸ ਵਕਤ ਇਹ ਜਨਰਲ ਵਾਰਡ ਦੇ ਵਿੱਚ ਆਪ ਸਭ ਸੰਗਤਾਂ ਦੇ ਸਾਹਮਣੇ ਦੇਖ ਹੀ ਰਹੇ ਜੇ ਕਿ ਆਰਾਮ ਕਰ ਰਹੇ ਨੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਜਿਹੜਾ ਆਪਰੇਸ਼ਨ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਸਦਕਾ ਨੇਪਰੇ ਚੜ੍ਹ ਗਿਆ ਹੈ। ਅਤੇ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸਾਰਾ ਹੀ ਜਿਹੜਾ ਉੱਦਮ ਉਪਰਾਲਾ ਇਹ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਹੀ ਨੇਪਰੇ ਚੜ੍ਹਿਆ ਹੈ। ਅਤੇ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਹੈ ਕਿ ਹਰ ਵਾਰ ਦੀ ਤਰ੍ਹਾਂ ਜਿਵੇਂ ਹਰ ਇੱਕ ਗਰੀਬ ਗੁਰਬੇ ਲੋੜਵੰਦ ਪਰਿਵਾਰ ਦੀ ਆਪ ਮਦਦ ਕਰਦੇ ਜੋ, ਅਤੇ ਆਪ ਜੀ ਨੇ ਵੀਰ ਸੁੱਖਾ ਸਿੰਘ ਹੋਣਾ ਦਾ ਵੀ ਬਹੁਤ ਸਹਿਯੋਗ ਕੀਤਾ ਅਤੇ ਹੁਣ ਉਹ ਠੀਕ ਨੇ। ਸੰਗਤਾਂ ਦੇ ਚਰਨਾਂ ਦੇ ਵਿੱਚ ਇਹ ਵੀ ਬੇਨਤੀ ਜਿਹੜੀ ਆ ਉਹ ਕਰਨੀ ਸੀ ਗੁਰੂ ਪਿਆਰੀ ਸਾਧ ਸੰਗਤ ਜੀ ਕਿ ਜਿਵੇਂ ਆਪ ਸਭ ਸੰਗਤਾਂ ਦੇ ਚਰਨਾਂ ਦੇ ਓਟ ਆਸਰਾ ਸਦਕਾ ਚਲੋ ਵੀਰ ਸੁੱਖਾ ਸਿੰਘ ਹੋਣਾ ਦਾ ਜਿਹੜਾ ਆਪਰੇਟ ਹੈ ਉਹ ਹੋ ਗਿਆ ਹੈ, ਪਰ ਉੱਥੇ ਇਹ ਵੀ ਆ ਹੁਣ ਜਿਵੇਂ ਠੀਕ ਹੋ ਕੇ ਘਰੇ ਚਲ ਜਾਣ ਜਾਈਏ, ਕਿਉਂਕਿ ਘਰ ਦੇ ਵਿੱਚ ਕਮਾਉਣ ਵਾਲੇ ਇਕੱਲੇ ਨੇ, ਪਿੱਛੇ ਇਹਨਾਂ ਦੀਆਂ 3 ਧੀਆਂ ਨੇ ਅਤੇ ਇਹਨਾਂ ਦੀ ਜਿਹੜੀ ਪਤਨੀ ਹੈ ਉਹ ਵੀ ਕਾਫੀ ਬਿਮਾਰ ਰਹਿੰਦੀ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਹੈ ਵੀ ਸੰਗਤ ਮੈਡੀਕਲ ਕੇਅਰ ਫੰਡ ਦੇ ਨਾਲ ਜੁੜੀਆਂ ਹੋਈਆਂ ਬਹੁਤ ਦਾਨੀ ਸੱਜਣ ਨੇ। ਕਈ ਐਵੇਂ ਦੇ ਵੀ ਪਰਿਵਾਰ ਨੇ ਜਿਹੜੇ ਇਕੱਲੇ ਹੀ ਵੀਰ ਜੀ ਉਹਨਾਂ ਨੂੰ ਗੋਦ ਲੈ ਸਕਦੇ ਨੇ। ਜੇ ਕੋਈ ਐਵੇਂ ਦਾ ਪਰਿਵਾਰ ਸਾਡੇ ਨਾਲ ਸੰਪਰਕ ਕਰਨਾ ਚਾਹੁੰਦਾ ਹੋਵੇ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ
ਟੀਵੀ ਸਕਰੀਨ ਦੇ ਉੱਪਰ ਆਪ ਸਭ ਸੰਗਤਾਂ ਨੂੰ ਵੈਬਸਾਈਟ ਦੇ ਉੱਪਰ ਵੀ ਨੰਬਰ ਸੰਗਤ ਏਡ ਮੈਡੀਕਲ ਕੇਅਰ ਫੰਡ ਵੱਲੋਂ ਟਰਸਟ ਹੈ ਜਿਹੜਾ ਉਹਦੇ ਮਿਲ ਜਾਣਗੇ। ਸਿੱਧੀ ਪਰਿਵਾਰ ਨਾਲ ਤੁਸੀਂ ਗੱਲ ਕਰ ਸਕਦੇ ਜੀ। ਅਤੇ ਉੱਥੇ ਸੰਗਤਾਂ ਦੇ ਚਰਨਾਂ ਦੇ ਵਿੱਚ ਇੱਕ ਹੋਰ ਬੇਨਤੀ ਹੈ, ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਵਿਗਿਆਨ ਨੇ ਬੜੀ ਤਰੱਕੀ ਕਰ ਲਈ ਹੈ, ਕਈ ਵਾਰੀ ਅਸੀਂ ਦੇਖਦੇ ਹਾਂ ਕਿ ਕਈ ਇਵੇਂ ਦੇ ਵੀਡੀਓ YouTube ਦੇ ਉੱਪਰ ਫੇਸਬੁੱਕ ਦੇ ਉੱਪਰ ਅਸੀਂ ਦੇਖਦੇ ਹਾਂ ਕਿ ਜਿਨ੍ਹਾਂ ਦੇ ਹੱਥ ਪੈਰ ਸਹੀ ਸਲਾਮਤ ਨਹੀਂ ਹੁੰਦੇ, ਪਰ ਉਹਨਾਂ ਦੇ ਆਰਟੀਫਿਸ਼ਲ ਹੱਥ ਪੈਰ ਲਗਵਾਏ ਜਾਂਦੇ ਨੇ। ਅਤੇ ਜੇ ਆਪ ਸਭ ਸੰਗਤਾਂ ਇਹ ਹੋਰ ਸਹਿਯੋਗ ਕਰ ਦਿਓ ਅਤੇ ਵੀਰ ਜੀ ਹੁਣਾਂ ਦੇ ਆਰਟੀਫਿਸ਼ਨ ਬਨੌਟੀ ਹੱਥ ਬਾਹਾਂ ਲੱਗ ਜਾਣ ਅਤੇ ਵੀਰ ਅੱਗੇ ਆਪਣੇ ਪਰਿਵਾਰ ਦਾ ਜਿਹੜਾ ਨਿਰਵਾਹ ਹੈ ਉਹ ਕਰ ਸਕਦਾ ਹੈ। ਸੋ ਵੀਰ ਜੀ ਹੁਣੀ ਵੀ ਇਸ ਵਕਤ ਆਰਾਮ ਕਰ ਰਹੇ ਨੇ, ਇਹਨਾਂ ਦੇ ਵੀ ਆਪ ਸਭ ਸੰਗਤਾਂ ਦੇ ਨਾਲ ਸਾਂਝ ਪਾਉਂਦੇ ਹਾਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਹੈ ਵੀਰ ਜੀ? ਬਾਬਾ ਜੀ ਠੀਕ ਹੈ ਜੀ। ਠੀਕ ਹੈ ਜੀ। ਹਾਂਜੀ ਅਤੇ ਸੰਗਤ ਨੂੰ ਕੀ ਬੇਨਤੀ ਕਰਨਾ ਚਾਹੁੰਦੇ? ਹਾਂਜੀ, ਸੰਗਤ ਨੂੰ ਇਹੋ ਹੀ ਬੇਨਤੀ ਕਰਨਾ ਚਾਹੁੰਦੇ ਹਾਂ ਜੀ, ਆਪਣੀ ਮਦਦ ਹੋਰ ਥੋੜ੍ਹੀ ਜਿਹੀ ਮਦਦ ਕਰਨਾ। ਅੱਗੇ ਵੀ ਕੀਤੀ ਆ, ਪੱਟਾਂ ਦੇ ਮਾਸ ਲੱਗਾ ਅਤੇ ਬਾਹਾਂ ਲੱਗ ਥੋੜ੍ਹੀ। ਹੋਰ ਕਿਸੇ ਚੀਜ਼ ਦੀ ਕੋਈ ਦਿੱਕਤ ਨਹੀਂ ਆਈ? ਨਹੀਂ ਬਾਬਾ ਜੀ, ਹੋਰ ਨਹੀਂ ਕਿਸੇ ਦੀ, ਠੀਕ ਠਾਕ ਵਧੀਆ ਵਧੀਆ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇੱਥੇ ਵੀਰ ਸੁੱਖਾ ਸਿੰਘ ਹੋਣਾ ਦਾ ਪਤਾ ਲੈਣ ਉਹਨਾਂ ਦੇ ਭੈਣ ਜੀ ਹੁਣੀ ਵੀ ਆਏ ਨੇ, ਅਤੇ ਇਹ ਵੀ ਆਪ ਸਭ ਸੰਗਤਾਂ ਦੇ ਨਾਲ ਕੁਛ ਬੇਨਤੀ ਕਰਨਾ ਚਾਹੁੰਦੇ ਨੇ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਸਮਾਂ ਸੀ ਜਦੋਂ ਤੁਸੀਂ ਘਰੇ ਆਉਂਦੇ ਹੁੰਦੇ ਸੀ ਅਤੇ ਤੁਹਾਡੇ ਬ੍ਰਦਰ ਚੰਗੇ ਭਲੇ ਹੋ ਕੇ, ਕਿਉਂਕਿ ਕਹਿੰਦੇ ਹੁੰਦੇ ਕਿ ਦੁਨੀਆ ਦੇ ਵਿੱਚ ਜਿੰਨੇ ਮਰਜ਼ੀ ਰਿਸ਼ਤੇ ਹੋਣ, ਪਰ ਜੋ ਠੰਡ ਭੈਣ ਨੂੰ ਆਪਣੇ ਭਰਾ ਨੂੰ ਮਿਲ ਕੇ ਪੈਂਦੀ ਹੈ ਉਹ ਕੋਈ ਕਿਸੇ ਨੂੰ ਬਿਆਨ ਨਹੀਂ ਕਰ ਸਕਦਾ। ਅਤੇ ਜਦੋਂ ਇਹ ਭਾਣਾ ਵਾਪਰਿਆ ਉਦੋਂ ਤਾਂ ਦੁੱਖਾਂ ਦਾ ਪਹਾੜ ਆ ਗਿਆ ਹੋਣਾ ਆਪ ਜੀ 'ਤੇ। ਮੈਂ ਚਾਹੁੰਦਾ ਜ਼ਰੂਰ ਆਪ ਵੀ ਸੰਗਤ ਨੂੰ ਕੋਈ ਬੇਨਤੀ ਕਰਨਾ ਚਾਹੁੰਦੇ ਹੋ ਤਾਂ ਮਿਹਰਬਾਨੀ ਆ ਵੀਰ ਮੇਰੇ ਦਾ ਇਲਾਜ ਕਰਾਇਆ। ਚਲੋ ਹਾਂ ਮੈਨੂੰ ਵੀ ਵੀਰ ਬੈਠਾ ਦਿਸੇਗਾ, ਕੰਮ ਕਰ ਬੱਚਿਆਂ ਨੂੰ ਵੀ ਦਿਸੇਗਾ। ਬਹੁਤ ਬਹੁਤ ਮਿਹਰਬਾਨੀ ਵੀਰ ਜੀ, ਤੁਹਾਡੀ ਵੀ ਸੰਗਤ ਦੀ ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇੱਕ ਭੈਣ ਭਰਾ ਦੇ ਦੁੱਖ ਨੂੰ, ਕਿਉਂਕਿ ਬਚਪਨ 'ਚ ਭਾਵੇਂ ਕਈ ਵਾਰੀ ਛੋਟੇ ਹੁੰਦੇ ਅਸੀਂ ਆਪਣੇ ਭੈਣ ਭਰਾਵਾਂ ਨਾਲ ਬਹੁਤ ਲੜਦੇ ਹਾਂ ਝਗੜਦੇ ਹਾਂ, ਪਰ ਅਸਲੀ ਕਹਿੰਦੇ ਪਿਆਰ ਦਾ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਭੈਣਾਂ ਵਿਆਹੀਆਂ ਜਾਂਦੀਆਂ ਨੇ ਅਤੇ ਉਹ ਦੂਰ ਬੈਠੀਆਂ ਵੀ ਆਪਣੇ ਭਰਾਵਾਂ ਦੀ ਸੁੱਖ ਮੰਗਦੀਆਂ ਨੇ। ਵੈਸੇ ਸਾਡੇ ਵਿਦਵਾਨ ਪੁਰਸ਼ ਕਹਿੰਦੇ ਨੇ ਕਿ ਇੱਕ ਔਰਤ ਲਈ ਰੀੜ੍ਹ ਦੀ ਹੱਡੀ ਉਹਦੇ ਪੇਕੇ ਹੁੰਦੀ ਹੈ, ਨਾ ਤਾਂ ਉਹ ਜੀਂਦਿਆਂ ਜੀ ਆਪਣੇ ਪੇਕਿਆਂ ਬਾਰੇ ਮਾੜਾ ਸੁਣ ਸਕਦੀ ਹੈ ਅਤੇ ਨਾ ਮਰਨ ਤੋਂ ਬਾਅਦ। ਉਹ ਜੀਂਦਿਆਂ ਜੀ ਆਪਣੇ ਸਹੁਰੇ ਘਰ ਬੈਠਿਆਂ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੀਆਂ ਹੋਈ ਵੀ ਉੱਥੋਂ ਉਹਨਾਂ ਦੇ ਮਨ ਦੀ ਇਹੀ ਵੇਦਨਾ ਹੁੰਦੀ ਹੈ ਕਿ ਮੇਰਾ ਪੇਕਾ ਘਰ, ਮੇਰੇ ਭਰਾ, ਮੇਰਾ ਮਾਂ ਪਿਓ ਸਹੀ ਸਲਾਮਤ ਹੋਵੇ। ਸੋ ਭੈਣ ਜੀ ਹੁਣਾਂ ਨੇ ਵੀ ਆਪ ਸਭ ਸੰਗਤਾਂ ਦੇ ਅੱਗੇ ਇਹ ਬੇਨਤੀ ਕੀਤੀ ਹੈ ਕਿ ਵੱਧ ਤੋਂ ਵੱਧ ਵੀਰ ਸੁੱਖਾ ਸਿੰਘ ਹੁਣਾਂ ਦਾ ਜਿਹੜਾ ਵਾ ਉਹ ਸਾਥ ਦਿੱਤਾ ਜਾਵੇ, ਤਾਂ ਜੋ ਵੀਰ ਜੀ ਤੰਦਰੁਸਤ ਹੋ ਕੇ ਠੀਕ ਹੋ ਕੇ ਅਤੇ ਆਪਣੇ ਪਰਿਵਾਰ ਦੇ ਵਿੱਚ ਜਾ ਸਕਣ। ਕਿਉਂਕਿ ਭੈਣ ਜੀ ਤੁਹਾਨੂੰ ਪਤਾ ਹੈ ਕਿ 3 ਧੀਆਂ ਹੈ, ਪੰਡ ਬੜੀ ਭਾਰੀ ਹੈ ਪਰਿਵਾਰ ਦੀ, ਅਤੇ ਇਹ ਜਿਹੜਾ ਸਮਾਂ ਹੈ ਇਹ ਬੜਾ ਵਿਖੜਾ ਹੈ, ਅਤੇ ਇਸ ਕਰਕੇ ਆਪ ਸਭ ਭੈਣ ਭਰਾਵਾਂ ਦੀ ਵੀ ਹੌਸਲੇ ਦੀ ਬੜੀ ਲੋੜ ਹੈ। ਅਤੇ ਆਪ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਪਿਆਰੀ ਸਾਧ ਸੰਗਤ ਜੀ, ਜਿਹੜੇ ਹੁਣ ਤੱਕ ਖਰਚੇ ਦੀ ਗੱਲ ਡਾਕਟਰ ਸਾਹਿਬ ਉਹਨਾਂ ਨੇ ਆਪ ਸਭ ਸੰਗਤਾਂ ਦੇ ਨਾਲ ਪਿਛਲੀ ਵੀਡੀਓ ਦੇ ਵਿੱਚ ਸਾਂਝੀ ਕੀਤੀ ਹੈ ਕਿ 70 ਤੋਂ 80 ਹਜ਼ਾਰ ਰੁਪਈਆ ਇਹ ਜਿਹੜਾ ਇਹਨਾਂ ਦੇ ਉੱਪਰ ਖਰਚਾ ਆਵੇਗਾ ਇਲਾਜ ਦੇ ਉੱਪਰ, ਜਿਹੜਾ ਆਪਰੇਟ ਇਹਨਾਂ ਦਾ ਹੋਇਆ ਹੈ। ਉਹਦੇ ਤੋਂ ਬਾਅਦ ਲੰਮਾ ਸਮਾਂ ਇਹਨਾਂ ਦੀਆਂ ਦਵਾਈਆਂ ਵੀ ਗੁਰੂ ਪਿਆਰੀ ਸਾਧ ਸਿੰਘ ਜੀ ਜਿਹੜੀਆਂ ਵਾ ਉਹ ਚੱਲਣੀਆਂ। ਸੋ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਭ ਸੰਗਤਾਂ ਦਾ ਇਸ ਵਕਤ ਸਾਥ ਦੀ ਲੋੜ ਹੈ, ਅਤੇ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਪੂਰੀ ਟੀਮ ਆਪ ਜੀ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਕਰਦੀ ਹੈ ਕਿ ਆਪ ਵੱਧ ਤੋਂ ਵੱਧ ਗੁਰੂ ਪਿਆਰੀ ਸਾਧ ਸੰਗਤ ਜੀ ਸਾਥ ਦਿਓ, ਤਾਂ ਜੋ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਜਿਹੜੀ ਪੂਰੀ ਟੀਮ ਆ ਹੋਰ ਪਿੰਡ ਪਿੰਡ ਨਗਰ ਨਗਰ ਸ਼ਹਿਰ ਸ਼ਹਿਰ ਜਾ ਕੇ ਜਿੱਥੇ ਵੀ ਕੋਈ ਗਰੀਬ ਗੁਰਬਾ ਲੋੜਵੰਦ ਪਰਿਵਾਰ ਮੈਡੀਕਲ ਸਹੂਲਤ ਤੋਂ ਸਖਣਾ ਹੈ, ਗੁਰੂ ਪਿਆਰੀ ਸਾਧ ਸੰਗਤ ਜੀ ਉਹਦਾ ਆਸਰਾ ਬਣ ਸਕੇ। ਅਤੇ ਇਸ ਸਮੇਂ ਜਿਨ੍ਹਾਂ ਨੇ ਵੀਰ ਸੁੱਖਾ ਸਿੰਘ ਹੁਣਾਂ ਦਾ ਆਪਰੇਟ ਕੀਤਾ ਹੈ, ਡਾਕਟਰ ਮਾਹੀਪਾਲ ਸਿੰਘ, ਉਹ ਵੀ ਸਾਡੇ ਕੋਲ ਨੇ, ਅਤੇ ਉਹਨਾਂ ਦੇ ਨਾਲ ਵੀ ਆਪ ਸਭ ਸੰਗਤਾਂ ਦੀ ਸਾਂਝ ਕਰਾਵਾਂਗੇ। ਅਤੇ ਡਾਕਟਰ ਸਾਹਿਬ ਹੁਣੀ ਕੁਛ ਬਚਨ ਆਪ ਸਭ ਸੰਗਤਾਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਨੇ। ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਚਾਹੁੰਦਾ ਡਾਕਟਰ ਸਾਹਿਬ ਆਪ ਜ਼ਰੂਰ ਵੀਰ ਸੁੱਖਾ ਸਿੰਘ ਹੁਣਾਂ ਬਾਰੇ ਜੋ ਵੀ ਜਾਣਕਾਰੀ ਆਪ ਸੰਗਤਾਂ ਦੇ ਨਾਲ ਇੱਕ ਵਾਰੀ ਜ਼ਰੂਰ ਸਾਂਝੀ ਕਰੋ ਜੀ। ਇਹ ਸੁੱਖਾ ਸਿੰਘ ਦਾ ਬਿਜਲੀ ਨਾਲ ਸੱਟ ਲੱਗੀ ਸੀ, ਉਸ ਤੋਂ ਬਾਅਦ PGI 'ਚ ਇਲਾਜ ਚੱਲ ਰਿਹਾ ਸੀ, ਉਹਦੇ ਵਿੱਚ ਦੋਨੋਂ ਬਾਂਹ ਕੱਟ ਗਈ।
ਹੁਣ ਦੋਨੋਂ ਪੱਟ ਤੇ ਥਾਈ ਤੇ ਜ਼ਖਮ ਸੀਗਾ, ਉਹਦੇ ਵਾਸਤੇ ਇਸ ਹਸਪਤਾਲ 'ਚ ਆ ਕਰਕੇ ਇਲਾਜ ਕਰਾਉਣ ਲਈ ਆਇਆ ਸੀ। ਮੈਂ ਉਹਨੂੰ ਸਰਜਰੀ ਕਰਕੇ, ਪਲਾਸਟਿਕ ਸਰਜਰੀ ਕਰਕੇ ਦੋਨੋਂ ਪੱਟ ਤੇ ਚਮੜੀ ਲਗਾ ਦਿੱਤਾ ਸੀ। ਹੁਣ ਠੀਕ ਹੋ ਗਿਆ ਹੈ ਤੇ ਇਹਨੂੰ ਅੱਜ ਡਿਸਚਾਰਜ ਕਰਦੇ ਪਏ ਹਾਂ। ਇੱਥੇ ਮੈਂ ਆਪ ਸਭ ਤੋਂ ਇੱਕ ਹੋਰ ਜਾਣਕਾਰੀ ਲੈਣਾ ਚਾਹੁੰਦਾ, ਹੁਣ ਕਿੰਨਾ ਕੁ ਲੰਮਾ ਸਮਾਂ ਇਹਨਾਂ ਦੇ ਮਤਲਬ ਟ੍ਰੀਟਮੈਂਟ ਚੱਲੇਗਾ ਜਾਂ ਪੱਟੀ ਕਰਵਾਉਣੀ, ਉਹਦੇ ਬਾਰੇ ਵੀ ਮੈਂ ਚਾਹੁੰਦਾ ਜ਼ਰੂਰ ਆਪ ਸੰਗਤ ਦੇ ਨਾਲ ਸਾਂਝ ਪਾਈ ਜਾਵੇ। ਇਹਨੂੰ ਔਰ ਬਸ 2 ਹਫ਼ਤੇ मान के चलो, 10 दिन या 14 दिन पट्टी करनी पड़ेगी, एक दिन छड़ के, उस तो बाद बिल्कुल ठीक हो जाए। ਤੇ ਡਾਕਟਰ ਸਾਹਿਬ ਇਹ ਮੈਡੀਸਨ ਇਹਨਾਂ ਨੂੰ ਵੀ ਲੈਣ ਦੀ ਲਗਾਤਾਰ ਲੋੜ ਪਵੇਗੀ ਜਾਂ ਚੱਲੇਗੀ ਲੰਮਾ ਸਮਾਂ ਲਈ? बहुत ज़्यादा मेडिसिन की लोड़ नहीं है, हुण ड्रेसिंग की ही मेडिसिन की लोड़ है और कुछ खान पीन ਲਈ ज़्यादा मेडिसिन की लोड़ नहीं है। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਡਾਕਟਰ ਮਾਹੀਪਾਲ ਸਿੰਘ ਉਹਨਾਂ ਨੇ ਬੜੀ ਹੀ ਅਹਿਮ ਜਾਣਕਾਰੀ ਆਪ ਸਭ ਸੰਗਤਾਂ ਦੇ ਨਾਲ ਸਾਂਝੀ ਕੀਤੀ ਹੈ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਉਹਨਾਂ ਦਾ। ਬੜੇ ਹੀ ਪਿਆਰ ਦੇ ਨਾਲ ਤੇ ਬੜੇ ਸੁਚੱਜੇ ਢੰਗ ਦੇ ਨਾਲ ਉਹਨਾਂ ਨੇ ਵੀਰ ਸੁੱਖਾ ਸਿੰਘ ਹੋਣਾ ਦਾ ਇਲਾਜ ਕੀਤਾ ਹੈ। ਜਿੱਥੇ ਉਹਨਾਂ ਨੇ ਉਹਨਾਂ ਦੇ ਬਾਹਰੀ ਤੌਰ 'ਤੇ ਜਿਹੜੇ ਜ਼ਖਮ ਆ ਉਹਨਾਂ ਨੂੰ ਸਹੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਉੱਥੇ ਉਹਨਾਂ ਦੇ ਮਾਨਸਿਕ ਪੱਧਰ ਨੂੰ ਵੀ ਜਿਹੜੇ ਹੋਰ ਤਾਕਤ ਦੇਣ ਦੀ ਵੀ ਡਾਕਟਰ ਸਾਹਿਬ ਉਹਨਾਂ ਨੇ ਬੜੀਆਂ ਹੀ ਅਹਿਮ ਜਾਣਕਾਰੀ ਜਿਹੜੀ ਹੈ ਉਹਨਾਂ ਦੇ ਨਾਲ ਸਾਂਝੀ ਕੀਤੀ ਹੈ ਕਿ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਇਹ ਲੋੜ ਹੈ ਕਿ ਬੰਦਾ ਸਰੀਰਕ ਤੌਰ ਦੇ ਨਾਲ ਨਾਲ ਮਾਨਸਿਕ ਤੌਰ 'ਤੇ ਵੀ ਤਕੜੇ ਹੋਣ ਦੀ ਲੋੜ ਹੈ। ਸੋ ਉਹ ਵੀ ਜਿਹੜੀ ਸਾਰੀ ਜਾਣਕਾਰੀ ਗਾਈਡਲਾਈਨ ਆ ਉਹ ਡਾਕਟਰ ਸਾਹਿਬ ਉਹਨਾਂ ਨੇ ਵੀਰ ਸੁੱਖਾ ਸਿੰਘ ਉਹਨਾਂ ਨੂੰ ਦਿੱਤੀ। ਸੋ ਆਪ ਸਭ ਸੰਗਤਾਂ ਦੀ ਮਿਹਰ ਸਦਕਾ ਅਤੇ ਸਾਥ ਸਦਕਾ ਅਸੀਂ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਪੂਰੀ ਟੀਮ ਉੱਥੇ ਪਹੁੰਚ ਕਰਕੇ ਅਤੇ ਉਹਨਾਂ ਦੀ ਦਿਲ ਦੀ ਗੁਹਾਰ ਜਾਂ ਉਹਨਾਂ ਦਾ ਦਰਦ ਆਪ ਸਭ ਸੰਗਤਾਂ ਦੀ ਝੋਲੀ ਵਿੱਚ ਪਾਇਆ ਜਾਂਦਾ ਹੈ। ਅਤੇ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਬਚਨ ਅਸੀਂ ਪੜ੍ਹਦੇ ਹਾਂ ਜੀ। ਹਜ਼ੂਰ ਪਿਤਾ ਜੀ ਕਹਿੰਦੇ ਨੇ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਅਤੇ ਉਹ ਆਪ ਜੀ ਦੇ ਅੰਦਰ ਇਸ ਵਕਤ ਵਰਤ ਰਹੇ ਨੇ। ਇਸੇ ਹੀ ਕਰਕੇ ਆਪ ਹਰ ਗਰੀਬ ਗੁਰਬੇ ਲੋੜਵੰਦ ਪਰਿਵਾਰ ਦਾ ਜਿਹੜਾ ਹੈ ਉਹ ਦਰਦ ਸਮਝਦੇ ਜੋ, ਅਤੇ ਜੇ ਉਹ ਦਰਦ ਨੂੰ ਸਮਝਦੇ ਜੋ ਫਿਰ ਹੀ ਤੁਸੀਂ ਉਹ ਜਿਹੜਾ ਗੁਰੂ ਨਾਨਕ ਮਹਾਰਾਜ ਜੀ ਦਾ ਸਿਧਾਂਤ ਸਾਨੂੰ ਸੁਨਹਿਰੀ ਬਖਸ਼ਿਆ ਗਿਆ ਹੈ ਅਤੇ ਉਸ ਨੂੰ ਹੋਰ ਵੱਡੇ ਲੈਵਲ 'ਤੇ ਦੁਨੀਆ ਦੇ ਵਿੱਚ ਲੈ ਕੇ ਜਾਂਦੇ ਜੇ, ਜਿਹੜਾ ਕਿ ਸਾਨੂੰ ਸਾਡੇ ਸਿਧਾਂਤ ਸਾਡੇ ਪੁਰਖਿਆਂ ਨੇ ਦਿੱਤਾ ਹੈ। ਕਿਉਂਕਿ ਸਾਡੇ ਪੁਰਖਿਆਂ ਦੀਆਂ ਜਿਹੜੀਆਂ ਕਹਾਣੀਆਂ ਨੇ, ਉਹਨਾਂ ਦੀਆਂ ਜਿਹੜੀਆਂ ਕਥਾ ਨੇ, ਉਹੀ ਸਾਨੂੰ ਬਲਵਾਨ ਬਣਾਉਂਦੀਆਂ ਨੇ, ਉਹੀ ਸਾਨੂੰ ਆਤਮ ਵਿਸ਼ਵਾਸ ਦਿਵਾਉਂਦੀਆਂ ਨੇ। ਜਿਵੇਂ ਹਜ਼ੂਰ ਪਿਤਾ ਦੇ ਅਸੀਂ ਇਹ ਬਚਨ ਪੜ੍ਹਦੇ ਹਾਂ, ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਕਿ ਤੁਹਾਡੇ ਬਜ਼ੁਰਗਾਂ ਦੀਆਂ ਜਿਹੜੀਆਂ ਨੇ ਕਥਾ ਕਹਾਣੀਆਂ ਨੇ ਉਹਨਾਂ ਨੇ ਹੀ ਪੁੱਤਾਂ ਨੂੰ ਸਪੁੱਤਰ ਬਣਾਉਣਾ ਹੈ। ਕਿਉਂਕਿ ਦੁਨੀਆ ਦੇ ਵਿੱਚ 3 ਤਰ੍ਹਾਂ ਦੇ ਹੁੰਦੇ ਨੇ ਪੁੱਤਰ। ਇੱਕ ਪਹਿਲਾ ਹੁੰਦਾ ਹੈ ਪੁੱਤ, ਫਿਰ ਕਪੁੱਤ ਅਤੇ ਅਖੀਰ 'ਤੇ ਸਪੁੱਤ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਕਪੁੱਤ ਉਹ ਹੁੰਦਾ ਹੈ ਜਿਹੜਾ ਆਪਣੇ ਬਜ਼ੁਰਗਾਂ ਦੀ ਜ਼ਮੀਨ ਜਾਇਦਾਦ ਨੂੰ ਨਾ ਵਧਾਉਂਦਾ ਹੈ, ਨਾ ਉਹਦੇ 'ਤੇ ਮਿਹਨਤ ਕਰਦਾ ਹੈ, ਉਹਨੂੰ ਐਸ਼ੋ ਆਰਾਮ ਦੇ ਵਿੱਚ ਆਪਣੀ ਨਿੱਜੀ ਕਾਰ ਦੇ ਲਈ, ਐਸ਼ੋ ਆਰਾਮ ਦੇ ਲਈ ਵੱਧ ਫੈਲੀਆਂ ਲਈ ਖਰਾਬ ਕਰ ਦਿੰਦਾ ਹੈ। ਪੁੱਤ ਹੁੰਦਾ ਹੈ ਜਿਹੜਾ ਆਪਣੇ ਬਜ਼ੁਰਗਾਂ ਦੀ ਜ਼ਮੀਨ ਜਾਇਦਾਦ ਨੂੰ ਵਧਾਉਂਦਾ ਨਹੀਂ, ਬਸ ਉੱਥੇ ਕੀ ਖਲੋਤਾ ਰਹਿੰਦਾ ਹੈ ਜਿੱਥੇ ਉਹਨਾਂ ਦੇ ਬਜ਼ੁਰਗ ਉਹਨਾਂ ਨੂੰ ਛੱਡ ਕੇ ਜਾਂਦੇ ਨੇ। ਅਤੇ ਸਪੁੱਤ ਉਹ ਹੁੰਦਾ ਹੈ ਜਿਹੜਾ ਆਪਣੇ ਬਜ਼ੁਰਗਾਂ ਦੀ ਜ਼ਮੀਨ ਜਾਇਦਾਦ ਨੂੰ ਬਚਾ ਕੇ ਤੇ ਰੱਖਦਾ ਹੀ, ਪਰ ਉੱਥੇ ਨਾਲ ਹੋਰ ਆਪਣੇ ਬਜ਼ੁਰਗਾਂ ਦੀ ਜਿਹੜੀ ਜਿੱਦੀ ਜਾਇਦਾਦ ਹੁੰਦੀ ਉਹਨੂੰ ਹੋਰ ਵਧਾਉਂਦਾ ਹੈ। ਇਸੇ ਹੀ ਤਰ੍ਹਾਂ ਆਪਾਂ ਵੀ ਗੁਰੂ ਸਾਹਿਬ ਜੀ ਦੇ ਧੀਆਂ ਪੁੱਤਰ ਹੀ ਹਾਂ, ਅਤੇ ਸਾਡੇ ਵਿੱਚੋਂ ਜੇ ਉਹ ਗੁਣ ਨਜ਼ਰ ਆਉਣਗੇ, ਸਾਡੇ ਵਿੱਚੋਂ ਜੇ ਉਹਨਾਂ ਦਾ ਅਕਸ਼ ਬਿਆਨ ਹੋਏਗਾ ਅਤੇ ਫਿਰ ਹੀ ਅਸੀਂ ਉਹਨਾਂ ਦੇ ਵਾਰਸ ਹਾਂ। ਸੋ ਗੁਰੂ ਮਹਾਰਾਜ ਜੀ ਦਾ ਤਾਂ ਇਹ ਸਿਧਾਂਤ ਰਿਹਾ ਹੈ, ਅਤੇ ਉਹਨਾਂ ਦੇ ਸਮੁੱਚੇ ਜੀਵਨ ਨੂੰ ਅਸੀਂ ਜਦੋਂ ਪੜ੍ਹੀਏ ਤਾਂ ਇਹੀ ਸਾਨੂੰ ਨਜ਼ਰ ਆਉਂਦੀ ਹੈ ਕਿ ਉਹਨਾਂ ਨੇ ਵੱਧ ਤੋਂ ਵੱਧ ਗਰੀਬ ਗੁਰਬੇ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ। ਜੋ ਵੀ ਸਮਾਜਿਕ ਤੌਰ 'ਤੇ ਮਾਨਸਿਕ ਤੌਰ 'ਤੇ ਜਿਹੜੇ ਡਿੱਗੇ ਹੋਏ ਸੀ ਉਹਨਾਂ ਦਾ ਆਸਰਾ ਬਣਿਆ। ਸੁੱਖਾ ਸਿੰਘ ਹੋਣਾ ਦੇ ਛੋਟੇ ਵੀਰ ਵੀ ਸਾਡੇ ਕੋਲ ਨੇ, ਅਤੇ ਜਿੰਨੇ ਦਿਨਾਂ ਤੋਂ ਵੀਰ ਸੁੱਖਾ ਸਿੰਘ ਹੋਣੀ ਹੌਸਪੀਟਲ ਨੇ ਅਤੇ ਉਹਨੇ ਦਿਨਾਂ ਤੋਂ ਵੀਰ ਜੀ ਹੋਣੀ ਵੀ ਇੱਥੇ ਨੇ ਅਤੇ ਉਹਨਾਂ ਦੀ ਦੇਖਭਾਲ ਕਰ ਰਹੇ ਨੇ। ਅਤੇ ਬੜੀ ਵੱਡੀ ਗੱਲ ਹੁੰਦੀ ਹੈ ਅੱਜ ਦੇ ਸਮੇਂ ਦੇ ਵਿੱਚ ਜਦੋਂ ਭਰਾ ਨਾਲ ਮੋਢਾ ਲਾ ਕੇ ਖਲੋਂਦਾ ਹੈ। ਅਸੀਂ ਅਕਸਰ ਹੀ ਇਹ ਗੱਲ ਸੁਣਦੇ ਹੁੰਦੇ ਹਾਂ ਵੀ ਹੁੰਦੀ ਵੀਰਾਂ ਨਾਲ ਸਰਦਾਰੀ। ਸੋ ਉਸੇ ਹੀ ਚੀਜ਼ ਨੂੰ ਮੁੱਖ ਰੱਖਦੇ ਹੋਏ ਉਸੇ ਦਿਨ ਤੋਂ ਜਿੱਦਣ ਤੋਂ ਵੀਰ ਸੁੱਖਾ ਸਿੰਘ ਹੁਣੀ ਹੌਸਪੀਟਲ ਨੇ ਅਤੇ ਵੀਰ ਜੀ ਹੁਣੀ ਇੱਥੇ ਰਹਿ ਕੇ
ਤੇ ਉਹਨਾਂ ਦੀ ਦੇਖਭਾਲ ਕਰ ਰਹੇ ਨੇ। ਤੇ ਆਪ ਸਭ ਸੰਗਤਾਂ ਦੀ ਵੀ ਜਿਹੜੀ ਆ ਉਹ ਸਾਂਝ ਵੀਰ ਜੀ ਉਹਨਾਂ ਦੇ ਨਾਲ ਕਰਵਾਵਾਂਗੇ। ਇਹ ਵੀ ਸੰਗਤਾਂ ਦਾ ਧੰਨਵਾਦ ਕਰਨਾ ਚਾਹੁੰਦੇ ਨੇ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਸੁੱਖਾ ਸਿੰਘ ਹੁਣਾਂ ਦਾ ਆਪਰੇਟ ਹੋ ਗਿਆ ਤੇ ਅੱਜ ਛੁੱਟੀ ਮਿਲ ਗਈ, ਘਰੇ ਜਾ ਰਹੇ ਹੋ। ਸੰਗਤਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਕਿ ਸਾਡਾ ਇਲਾਜ ਅੱਜ ਹੋ ਗਿਆ ਹੈ, ਅਸੀਂ ਘਰ ਲੈ ਕੇ ਜਾ ਰਹੇ ਹਾਂ। ਸੰਗਤਾਂ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ। ਤੇ ਵੀਰ ਜੀ ਜਿਵੇਂ ਅਕਸਰ ਆਪਾਂ ਦੇਖਦੇ ਹਾਂ ਹਸਪੀਟਲਾਂ ਦੇ ਵਿੱਚ ਵੀ ਕਈ ਵਾਰੀ ਹੁੰਦਾ ਵਾ ਕਿ ਰਾਤ ਨੂੰ ਸੌਣ ਦੇ ਵਿੱਚ ਬੜੀ ਪ੍ਰੋਬਲਮ ਹੁੰਦੀ ਹੈ, ਕਿ ਇੱਥੇ ਵੀ ਤੁਹਾਨੂੰ ਇਵੇਂ ਦੀ ਕੋਈ ਦਿੱਕਤ ਆਈ ਹੈ? ਨਹੀਂ ਜੀ, ਇੱਥੇ ਬਹੁਤ ਵਧੀਆ ਸੌਣ ਦਾ ਪ੍ਰਬੰਧ ਵੀ ਹੈਗਾ ਹੈ। ਹਾਂਜੀ। ਤੇ ਜਿਵੇਂ ਦੂਰ ਆਪ ਬਾਰਡਰ ਦੇ ਲਾਗੇ ਪਿੰਡ ਤੇ ਰਹਿੰਦੇ ਜੇ, ਫਿਰ ਰਾਤ ਨੂੰ ਸੌਣ ਲਈ ਘਰੇ ਜਾਂਦੇ ਹੁੰਦੇ ਸੀ ਕਿ ਜਾਂ ਇੱਥੇ ਫਿਰ ਕਿਵੇਂ? ਨਹੀਂ, ਇੱਥੇ ਹੀ ਰਹਿੰਦੇ ਨੇ। ਹਾਂਜੀ। ਉਹਦਾ ਵੀ ਪ੍ਰਬੰਧ ਸੀ ਫਿਰ ਹਸਪੀਟਲ ਦੇ? ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸਨ ਵੀਰ ਸੁੱਖਾ ਸਿੰਘ ਹੁਣਾਂ ਦੇ ਛੋਟੇ ਬ੍ਰਦਰ। ਤੇ ਜਿਵੇਂ ਕਿ ਦੱਸ ਰਹੇ ਨੇ ਆਪ ਸਭ ਸੰਗਤਾਂ ਦੇ ਨਾਲ ਇਹਨਾਂ ਸਾਂਝ ਪਾਈ ਕਿ ਇੱਥੇ ਰਹਿਣ ਦਾ ਜਿਹੜਾ ਸੀ ਉਹ ਬਹੁਤ ਵਧੀਆ ਪ੍ਰਬੰਧ ਹੈ, ਕਿਉਂਕਿ ਬਾਬਾ ਜੀ ਹੁਣਾਂ ਵੱਲੋਂ ਇਸ ਹਸਪੀਟਲ ਦੇ ਥੱਲੇ ਹੀ 20 ਤੋਂ 30 ਬੈੱਡ ਲਗਾਏ ਗਏ ਨੇ ਉੱਥੇ ਵਿਸ਼ਰਾਮ ਕਰਨ ਨੂੰ ਰਾਤ, ਕਿਉਂਕਿ ਜਿਹੜੇ ਮਰੀਜ਼ ਵੀ ਆਉਂਦੇ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ, ਉਹਨਾਂ ਦਾ ਰਾਤ ਠਹਿਰਨ ਨੂੰ ਬਾਬਾ ਜੀ ਹੁਣਾਂ ਵੱਲੋਂ ਬੜਾ ਸੋਹਣਾ ਇਹ ਉਦਮ ਉਪਰਾਲਾ ਕੀਤਾ ਗਿਆ ਹੈ। ਕਿਉਂਕਿ ਅਕਸਰ ਹੀ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਕਿਸੇ ਹੋਰ ਹਸਪੀਟਲਾਂ ਦੇ ਵਿੱਚ ਜਾਈਏ ਤਾਂ ਸਭ ਤੋਂ ਵੱਧ ਜਿਹੜੀ ਦਿੱਕਤ ਆਉਂਦੀ ਹੈ ਉਹ ਆਉਂਦੀ ਹੈ ਰੋਟੀ ਦੀ ਅਤੇ ਰਾਤ ਨੂੰ ਆਰਾਮ ਕਰਨ ਦੀ। ਕਿਉਂਕਿ ਮਰੀਜ਼ ਲਈ ਤਾਂ ਹਸਪੀਟਲ ਦੇ ਵਿੱਚ ਜਿਹੜਾ ਬੈੱਡ ਹੈ ਉਹ ਹੁੰਦਾ ਹੀ ਉਹ ਅਵੇਲੇਬਲ ਹੈ, ਪਰ ਜਿਹੜੇ ਨਾਲ ਪਰਿਵਾਰਕ ਮੈਂਬਰ ਹੁੰਦੇ ਨੇ, ਕਿਉਂਕਿ ਉਹਨਾਂ ਦੀ ਇਹ ਤਾਂਘ ਹੁੰਦੀ ਹੈ ਕਿ ਅਸੀਂ ਆਪਣੇ ਮੈਂਬਰ ਨੂੰ ਦੇਖੀਏ ਉਹ ਠੀਕ ਆ ਜਾਂ ਉਹਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ। ਸੋ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜਿਹੜਾ ਕਾਰਜ, ਕਿਉਂਕਿ ਆਪਾਂ ਸਭ ਇਨਸਾਨ ਆ ਅਤੇ ਸਾਡੀਆਂ ਭਾਵਨਾਵਾਂ ਸਾਡੇ ਪਰਿਵਾਰਾਂ ਦੇ ਨਾਲ ਜੁੜੀਆਂ ਹੋਈਆਂ ਨੇ। ਸੋ ਬਾਬਾ ਜੀ ਹੁਣਾਂ ਵੱਲੋਂ ਇਹ ਬੜਾ ਸੋਹਣਾ ਉਦਮ ਉਪਰਾਲਾ ਹੈ ਕਿ ਉਹਨਾਂ ਨੇ ਥੱਲੇ ਬੈੱਡ ਲਗਾਏ ਹੋਏ ਨੇ ਅਤੇ ਜਿਹੜਾ ਰੋਟੀ ਦਾ ਪ੍ਰਬੰਧ ਹੈ ਉਹ ਡੇਰੇ ਦੇ ਵਿੱਚ ਜਾ ਕੇ ਕੋਈ ਵੀ ਲੋੜਵੰਦ ਪਰਿਵਾਰ ਜਾਂ ਜਿਵੇਂ ਕੋਈ ਹਸਪੀਟਲ ਦੇ ਵਿੱਚ ਨਾਲ ਮਰੀਜ਼ ਦੇ ਹੁੰਦਾ ਹੈ ਅਤੇ ਉੱਥੋਂ ਜਾ ਕੇ ਪ੍ਰਸ਼ਾਦਾ ਛਕ ਸਕਦਾ ਹੈ। ਸੋ ਇਹ ਜਿਹੜੀ ਸਾਰੀ ਸੇਵਾ ਹੈ ਇਹ ਬੜੀ ਸ਼ਲਾਘਾਯੋਗ ਹੈ। ਨੋ ਪ੍ਰੋਫਿਟ ਨੋ ਲੋਸ ਵਾਲੀ ਜਿਹੜੀ ਗੱਲ ਹੈ ਉਹ ਇੱਥੇ ਸਾਬਤ ਹੁੰਦੀ ਹੈ ਕਿ ਸਾਡੇ ਭਾਵੇਂ ਕੋਈ ਪੈਸਾ ਨਾ ਵੀ ਜਮ੍ਹਾਂ ਕਰਵਾਇਆ ਜਾਵੇ, ਪਰ ਜਿਹੜਾ ਵੀ ਐਮਰਜੈਂਸੀ ਦੇ ਵਿੱਚ ਸੰਗਤ ਏਡ ਮੈਡੀਕਲ ਕੇਅਰ ਫੰਡ ਵੱਲੋਂ ਮਰੀਜ਼ ਲਿਆਤਾ ਜਾਂਦਾ ਹੈ ਅਤੇ ਉਹ ਹਸਪੀਟਲ ਵੱਲੋਂ ਪੂਰਾ ਸਾਥ ਦਿੱਤਾ ਜਾਂਦਾ ਹੈ। ਸੋ ਸੰਗਤ ਜੀ, ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਹੈ ਕਿ ਜਿੱਥੇ ਇੰਨਾ ਸਹਿਯੋਗ ਮਹਾਂਪੁਰਖਾਂ ਵੱਲੋਂ ਹੁੰਦਾ ਹੈ ਅਤੇ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਵੀ ਇਹੀ ਬੇਨਤੀ ਹੈ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਕਿ ਆਪ ਵੱਧ ਤੋਂ ਵੱਧ ਗੁਰੂ ਪਿਆਰੀ ਸਾਧ ਸੰਗਤ ਜੀ ਵੀਰ ਸੁੱਖਾ ਸਿੰਘ ਹੁਣਾਂ ਅਤੇ ਉਹਨਾਂ ਦੇ ਪੂਰੇ ਪਰਿਵਾਰ ਦਾ ਸਾਥ ਦਿੱਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਦਾ ਬਹੁਤ ਸ਼ੁਕਰ ਮਨਾਉਣਾ ਹੈ ਕਿ ਮੇਰਾ ਇਲਾਜ ਜਿਹੜਾ ਫੱਟਾਂ 'ਤੇ ਹਾਂਜੀ ਬਹੁਤ ਕਰਾਇਆ ਹੈ ਅਤੇ ਹਸਪਤਾਲ ਬਹੁਤ ਵੀ ਠੀਕ ਰਿਹਾ ਹੈ ਅਤੇ ਅੱਜ ਛੁੱਟੀ ਮਿਲ ਰਹੀ ਹੈ ਮੈਨੂੰ, ਅਤੇ ਗਾਂ ਵੀ ਮੇਰੇ ਹਸਪਤਾਲ ਕਰਨੀ ਚਾਹੀਦੀ ਵੀਰ ਜੀ ਬਾਹਾਂ ਵਾਸਤੇ। ਹਾਂਜੀ, ਬਹੁਤ ਵਧੀਆ ਰਿਹਾ ਜੀ, ਬਹੁਤ ਵਧੀਆ ਸਟਾਫ ਹੈ, ਬਹੁਤ ਕਰਦੇ ਸੇਵਾ, ਬਹੁਤ ਕਰਦੇ ਆ, ਰੋਟੀ ਪਾਣੀ ਵੀ ਹਰ ਇੱਕ ਚੀਜ਼ ਮੇਰਾ ਜੀ ਇਲਾਜ ਬਹੁਤ ਚੰਗਾ ਹੈ। ਭਾਜੀ ਅੱਜ ਹਫ਼ਤਾ ਹੋ ਚੱਲਿਆ, ਹਫ਼ਤੇ ਬਾਅਦ ਬੁੱਧਵਾਰ ਆਏ ਹਾਂ, ਬੁੱਧਵਾਰ ਛੁੱਟੀ ਮਿਲ ਚੱਲੀ ਹੈ, ਆਪਣੇ ਘਰ ਨੂੰ ਚੱਲੇ ਹਾਂ। ਮੇਰੇ ਸਲੈਬ ਲਾਏ ਜੀ 3 ਜਗ੍ਹਾ 'ਤੇ ਲਾਏ, ਇੱਕ ਬਾਂਹ 'ਤੇ ਲਾਏ ਆ, 2 ਪੱਟਾਂ 'ਤੇ ਲੱਗੇ ਜੀ। ਪੱਟੀ ਦੂਜੇ ਦਿਨ ਬਾਅਦ ਕਰਨੇ ਆ ਜੀ। ਹਾਂਜੀ, ਅਤੇ 2 ਹਫ਼ਤਿਆਂ ਬਾਅਦ ਹਾਂਜੀ 2 ਹਫ਼ਤੇ ਲੱਗੂਗੇ ਜੀ। ਇਹੋ ਬੇਨਤੀ ਕਰਨਾ ਚਾਹੁੰਦਾ ਹੈ ਵੀ ਮਹਾਰਾਜ ਮੇਰੀਆਂ ਬਾਹਾਂ ਲਵਾ ਦੇ, ਕੋਈ ਮੇਰਾ ਵੀਰ ਇਹੋ ਜਿਹਾ ਹੋਵੇ। ਹਾਂਜੀ, ਅਤੇ ਗਾਂ ਵਾਸਤੇ ਵੀ ਮਹਾਰਾਜ ਮੇਰੀਆਂ 3 ਧੀਆਂ, ਗਾਂ ਕੋਈ ਉਹੋ ਜਿਹਾ ਵੀਰ ਹੋਵੇ ਅਤੇ ਕੋਈ ਦਾਨ ਕਰ ਸਕਦਾ ਹੈ ਕੁਛ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਵੀਰ ਸੁੱਖਾ ਸਿੰਘ ਹੋਣਾ ਨੇ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਆਪਣੇ ਵੱਲੋਂ ਵੀ ਬੇਨਤੀ ਕੀਤੀ ਹੈ। ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਪੂਰੀ ਟੀਮ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਇਹੀ ਕਰਦੀ ਹੈ ਕਿ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਵੱਧ ਤੋਂ ਵੱਧ ਵੀਰ ਸੁੱਖਾ ਸਿੰਘ ਹੋਣਾ ਦਾ ਸਹਿਯੋਗ ਕਰੋ, ਕਿਉਂਕਿ ਪਰਿਵਾਰ ਸੱਚੀ ਬਹੁਤ ਲੋੜਵੰਦ ਹੈ ਅਤੇ ਅੱਜ ਹਾਲਾਤਾਂ ਦੇ ਨਾਲ ਬਹੁਤ ਹੀ ਮੁਸ਼ਕਿਲ ਜੂਝ ਰਿਹਾ ਹੈ। ਸੋ ਇਹਨਾਂ ਹਾਲਾਤਾਂ ਵਿੱਚੋਂ ਇਹ ਨਿਕਲ ਸਕਦੇ ਨੇ। ਇਹ ਜਿਹੜੀਆਂ ਅੱਜ ਇਹਨਾਂ ਦੇ ਮਨ ਦੇ ਅੰਦਰ ਜਿਹੜੀ ਇਹ ਜੰਗ ਲੱਗੀ ਪਈ ਹੈ ਵਿਚਾਰਾਂ ਦੀ ਕਿ ਅੱਗੇ ਮੇਰੇ ਪਰਿਵਾਰ ਦਾ ਕੀ ਬਣੇਗਾ,
ਜਾਂ ਅੱਗੇ ਮੇਰੇ ਪਰਿਵਾਰ ਨੂੰ ਕਿਹੜੀ ਕਿਹੜੀ ਚੀਜ਼ ਦੀ ਨਹੀਂ ਲੋੜ ਹੈ। ਸੋ ਇਹ ਸਾਰੀ ਜਿਹੜੀ ਦਿੱਕਤ ਦੇ ਵਿੱਚੋਂ ਗੁਰੂ ਪਿਆਰੀ ਸਾਧ ਸੰਗਤ ਜੀ ਵੀਰ ਸੁੱਖਾ ਸਿੰਘ ਹੁਣੀ ਤਾਂ ਹੀ ਨਿਕਲ ਸਕਦੇ ਨੇ ਜੇ ਇਹਨਾਂ ਨੂੰ ਕੋਈ ਅੱਗੇ ਆਸ ਦੀ ਕਿਰਨ ਦਿਖਦੀ ਹੋਈ ਵੀ ਮੈਂ ਆਹ ਕਿਰਤ ਕਰਕੇ ਆਹ ਕਮਾਈ ਕਰਕੇ ਤੇ ਮੈਂ ਜਿਹੜਾ ਵਾ ਆਪਣੇ ਪਰਿਵਾਰ ਦਾ ਨਿਰਵਾਹ ਕਰ ਸਕਾਂ। ਤੇ ਬੜੀ ਖੁਸ਼ੀ ਹੋਈ ਵੀਰ ਜੀ ਉਹਨਾਂ ਦੀ ਇਹ ਗੱਲ ਸੁਣ ਕੇ ਕਿ ਉਹ ਇਹ ਚਾਹੁੰਦੇ ਨੇ ਕਿ ਮੇਰੀਆਂ ਬਾਹਾਂ ਆਰਟੀਫਿਸ਼ਲ ਜਿਹੜੀਆਂ ਬਣਾਉਟੀ ਲਵਾਈਆਂ ਜਾਣ ਤਾਂ ਜੋ ਮੈਂ ਆਪਣੀ ਕਿਰਤ ਕਰ ਸਕਾਂ। ਗੁਰੂ ਮਹਾਰਾਜ ਜੀ ਦੇ ਜਿਹੜੇ ਸਾਨੂੰ 3 ਸਿਧਾਂਤ ਬਖਸ਼ੇ ਗਏ ਆ ਸਾਡੇ ਗੁਰੂ ਪਿਤਾ ਦੇ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਉਹ ਉਹਨਾਂ ਦੇ ਵਿੱਚ ਸਾਨੂੰ ਤੀਸਰਾ ਜਿਹੜਾ ਸੁਨਹਿਰੀ ਸਿਧਾਂਤ ਹੈ ਉਹ ਇਹੀ ਬਖਸ਼ਿਆ ਗਿਆ ਕਿ ਕਿਰਤ ਕਰਨੀ ਹੈ ਸਿੱਖ ਨੇ ਆਪਣੇ ਜੀਵਨ ਦੇ ਵਿੱਚ। ਸੋ ਇਹ ਜਿਹੜੀ ਸੋਚ ਨੂੰ ਜਿਹੜਾ ਹੈ ਉਹ ਸਲਾਮ ਹੈ ਕਿ ਇਹ ਵੀਰ ਜੀ ਹੁਣੀ ਇਹੋ ਜਿਹੀਆਂ ਚੀਜ਼ਾਂ ਨੂੰ ਛੱਡ ਕੇ ਜਿਹੜੀਆਂ ਸਮਾਜ ਨੂੰ ਅੱਗੇ ਹੋਰ ਨਰਕ ਬਣਾਉਂਦੀਆਂ ਨੇ ਉਹਨਾਂ ਚੀਜ਼ਾਂ ਨੂੰ ਛੱਡ ਕੇ ਤੇ ਆਪਣੀ ਜ਼ਿੰਦਗੀ ਨੂੰ ਰੌਸ਼ਨ ਕਰਨਾ ਚਾਹੁੰਦੇ। ਉਹ ਕਾਹਦੇ ਲਈ ਕਿ ਮੈਂ ਮਿਹਨਤ ਕਰਨੀ ਹੈ। ਸੋ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਜੇ ਇਹਨਾਂ ਦਾ ਇੰਨਾ ਹੌਸਲਾ ਹੈ ਕਿ ਮੈਂ ਮਿਹਨਤ ਕਰਨੀ ਹੈ, ਮੈਂ ਕੋਈ ਬੁਰਾ ਕਰਮ ਨਹੀਂ ਕਰਨਾ, ਸੋ ਇਸ ਕਰਕੇ ਆਪ ਸਭ ਸੰਗਤਾਂ ਦਾ ਵੀ ਇਹ ਫਰਜ਼ ਬਣਦਾ ਹੈ ਤੇ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਫਿਰ ਇੱਕ ਵਾਰ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਇਹ ਬੇਨਤੀ ਕਰਦੀ ਹੈ ਕਿ ਵੱਧ ਤੋਂ ਵੱਧ ਵੀਰ ਸੁੱਖਾ ਸਿੰਘ ਹੋਣਾ ਦਾ ਸਹਿਯੋਗ ਕੀਤਾ ਜਾਵੇ। ਜੋ ਵੀ ਉਹਨਾਂ ਦੀ ਆਸ ਆ ਕਿ ਉਹਨਾਂ ਦੀਆਂ ਬਾਹਾਂ ਲਗਾਈਆਂ ਜਾਣ ਤੇ ਜ਼ਰੂਰ ਮੈਂ ਕਹਿੰਦਾ ਬਹੁਤ ਦਾਨੀ ਸੱਜਣ ਬੈਠੇ ਨੇ ਤੇ ਆਪ ਜ਼ਰੂਰ ਵੀਰ ਹੋਣਾ ਦਾ ਜਿਹੜਾ ਵਾ ਉਹ ਸਾਥ ਦਿੱਤਾ ਜਾਵੇ। ਸਾਹਿਬਾਂ ਦੀ ਪਾਵਨ ਬਾਣੀ ਦਾ ਅਸੀਂ ਇਹ ਵਚਨ ਪੜ੍ਹਦੇ ਹਾਂ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਸੋ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਵੀ ਆਪਣੇ ਪਰਿਵਾਰ ਦੇ ਹੀ ਮੈਂਬਰ ਨੇ ਵੀਰ ਸੁੱਖਾ ਸਿੰਘ ਹੋਣੀ ਤੇ ਆਪ ਜ਼ਰੂਰ ਇਸ ਕਰਕੇ ਪਰਿਵਾਰ ਦੇ ਮੈਂਬਰ ਨੂੰ ਪਰਿਵਾਰ ਦਾ ਫਰਜ਼ ਬਣਦਾ ਹੁੰਦਾ ਹੈ ਕਿ ਵਿਖੜੇ ਹਾਲਾਤਾਂ 'ਚੋਂ ਕੱਢਣਾ ਤੇ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਦੇਣਾ। ਸੋ ਇਸ ਕਰਕੇ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਟੀਮ ਨੇ ਆਪ ਸਭ ਸੰਗਤਾਂ ਦੀ ਝੋਲੀ ਵਿੱਚ ਇਹ ਪਰਿਵਾਰ ਪਾਇਆ ਸੀ ਤੇ ਆਪ ਜੀ ਨੇ ਉੱਦਮ ਉਪਰਾਲਾ ਕਰਕੇ ਇਹਨਾਂ ਦਾ ਇਲਾਜ ਵੀ ਕਰਵਾਇਆ। ਤੇ ਜੇ ਥੋੜ੍ਹੀ ਜਿਹੀ ਹਿੰਮਤ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਹੋਰ ਮਾਰ ਦਿਓ ਤੇ ਸੰਗਤ ਏਡ ਮੈਡੀਕਲ ਕੇਅਰ ਫੰਡ ਦਾ ਸਾਥ ਦੇ ਦਿਓ ਤੇ ਵੀਰ ਸੁੱਖਾ ਸਿੰਘ ਹੁਣੀ ਤੰਦਰੁਸਤ ਹੋ ਕੇ ਆਪਣੇ ਪਰਿਵਾਰ ਦਾ ਨਿਰਵਾਹ ਕਰ ਸਕਦੇ ਨੇ। ਸੋ ਇਤਨੀਆਂ ਕੁ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜੱਜ ਕੇ ਅੰਤ ਵਿੱਚ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ